ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੀਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸਮਤ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨ ਦੂਸਰ ਤੋਸੋ ਭੂਲ ਛਿਮੋ ਹਮਰੀ ਪ੍ਰਭ ਆਪ ਨ ਭੂਲਣ ਹਾਰ ਕਹੂੰ ਕੋ ਮੋਸੋ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸਤਨਾਮ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪਹਿਲਾ। ਛੈ ਘਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਈ ਚਸਿਆ ਘੜੀਆ ਪਹਿਰਾ ਥਿਥਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਭਗਤ ਵਛਲ ਕਰੁਣਾ ਨਿਧਾਨ 10 ਪਾਤਸ਼ਾਹੀਆਂ ਦਾ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕਰਕੇ ਸਤਿਗੁਰਾਂ ਦਾ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰੇ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ। ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਹੈ।
ਜੋ ਪਾਵਨ ਸਤ ਸੰਗਤ ਦੀਆਂ ਘੜੀਆਂ ਸਾਨੂੰ ਬਖਸ਼ਿਸ਼ ਕਰ ਦਿੱਤੀਆਂ ਹਨ। ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਮੈਲ ਭਰੀਜੈ, ਜਿਹੜੀ ਮੈਲ ਹੈ ਇਹ ਭਰਦੀ ਹੀ ਰਹਿੰਦੀ ਹੈ ਬਿਨ ਸੰਗਤ, ਸੰਗਤ ਵਿੱਚ ਆਏ ਤੋਂ ਬਿਨਾਂ। ਇਸ ਮਨ ਕਉ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸ਼ਿਆ ਹੋ। ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਤੇ ਇਹ ਹੋਰ ਭਰ ਰਹੀ ਹੈ, ਦਿਨ ਬ ਦਿਨ ਵੱਧ ਰਹੀ ਹੈ ਜੇਕਰ ਸੰਗਤ ਵਿੱਚ ਨਾ ਆਇਆ ਜਾਵੇ। ਸਤਿਗੁਰਾਂ ਨੇ ਬੜੀ ਮਹਾਨ ਬਖਸ਼ਿਸ਼ ਕਰ ਦਿੱਤੀ। ਜੋ ਕੱਲ੍ਹ ਰੋਜ਼ ਤੋਂ ਪਾਵਨ ਬਾਣੀ ਕੀਰਤਨ ਸੋਹਿਲਾ ਸਾਹਿਬ ਤੇ ਇਸ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ ਤੇ ਇਸ ਦਾ ਜੋ ਪਹਿਲਾ ਸ਼ਬਦ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ, ਜਿਸ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸੱਦਣਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਉਹ ਪਰਮੇਸ਼ਰ ਦੇ ਜਿਹੜਾ ਸਾਹਾ ਲਿਖ ਦਿੱਤਾ, ਉਹ ਅਟਲ ਸਾਹਾ, ਜਿਸ ਦਿਨ ਇਸ ਜੀਵ ਆਤਮਾ ਦਾ ਉਸ ਕਾਲ ਰੂਪੀ ਮੌਤ ਰੂਪੀ ਲਾੜੇ ਦੇ ਨਾਲ ਵਿਆਹ ਹੋ ਜਾਣਾ ਹੈ। ਇਹ ਸਾਹਾ ਪਰਮੇਸ਼ਰ ਨੇ ਲਿਖ ਦਿੱਤਾ ਹੈ, ਹਰੇਕ ਜੀਵ ਦਾ ਹੀ ਲਿਖਿਆ ਹੋਇਆ ਹੈ। ਤਬ ਜਾਣੋਗੇ ਜਬ ਉਗਰੈ ਗੋਪਾਜ। ਇਹ ਜਿਸ ਦਿਨ ਇਹ ਪਾਜ ਉਗੜੇਗਾ ਨਾ, ਇਹ ਸਾਹਮਣੇ ਆ ਜਾਵੇਗਾ ਕਿ ਲਾਹਾ ਆ ਗਿਆ ਹੈ। ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾਲੇ ਆਏ। ਉਹ ਫਿਰ ਮੌਤ ਰੂਪੀ ਲਾੜਾ ਜਿਸ ਦਿਨ ਆਣ ਕਰਕੇ ਮੂੰਹ ਦਿਖਾਵੇਗਾ ਹੈ, ਉਦਣੇ ਪਤਾ ਲੱਗੇਗਾ ਕਿ ਸਾਹਾ ਆ ਗਿਆ ਹੈ, ਪਹਿਲਾਂ ਨਹੀਂ ਕੋਈ ਵੀ ਬੁੱਝ ਸਕਦਾ। ਇਸ ਕਰਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਸੱਦਣਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਉਹ ਜਿਹੜੇ ਦਿਨ ਹਨ ਨਾ ਸਾਹੇ ਦੇ, ਉਹ ਆਵਨ ਆ ਰਹੇ ਹਨ। ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੂੰ ਸਿਮਰ ਲਾ ਪਰਮੇਸ਼ਰ ਨੂੰ ਤੇ ਇਸ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਵੇਗਾ। ਜੇਕਰ ਨਾ ਨਿਕਲ ਪਾਇਆ ਤਾਂ ਉਸ ਮੌਤ ਰੂਪੀ ਲੜ ਨੇ ਵਿਆਹ ਕਰਕੇ ਤੇ ਫਿਰ ਇਸੇ ਚੱਕਰ ਦੇ ਵਿੱਚ ਹੀ ਪਾ ਦੇਣਾ ਹੈ। ਫਿਰ ਜੰਮਣ ਤੇ ਮਰਨ ਇਹ ਸਦੀਵੀ ਚੱਲਦਾ ਹੀ ਰਹਿਣਾ ਹੈ। ਜਿਹੜਾ ਸਦਾ ਸੁੱਖ ਹੈ ਨਾ, ਉਹ ਸੋਹਿਲਾ ਬਲਿਹਾਰੇ ਸੋਹਿਲਾ ਜਿਹੜਾ ਸਤਿਗੁਰਾਂ ਨੇ ਇਹ ਕੀਰਤੀ ਕਰਨੀ ਪਰਮੇਸ਼ਰ ਦੀ, ਸੋਹਲੇ ਗਾਉਣੇ ਹਨ ਨਾ, ਇਸ ਦੇ ਅੰਦਰ ਹੀ ਸਦੀਵੀ ਸੁੱਖ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕੱਲ੍ਹ ਦੇ ਸ਼ਬਦ ਦੇ ਅੰਦਰ। ਸੋ ਅੱਜ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਜੋ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜੋ ਇਸ ਸੋਹਿਲਾ ਸਾਹਿਬ ਗੁਰਬਾਣੀ ਦੇ ਅੰਦਰ ਦੂਸਰਾ ਸ਼ਬਦ ਆ ਰਿਹਾ ਹੈ। ਸਾਰੀ ਹੀ ਸੰਗਤ ਬੜੇ ਪ੍ਰੇਮ ਸਹਿਤ ਸਰਵਣ ਕਰੀਏ। ਦੋਏ ਘਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਪਹਿਲਾ। ਮਹੱਲਾ ਪਹਿਲਾ। ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਇਹ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਛੇ ਘਰ ਛੇ ਗੁਰ ਛੇ ਉਪਦੇਸ਼। ਸਤਿਗੁਰਾਂ ਨੇ ਬਖਸ਼ਿਸ਼ ਕੀਤੀ 6 ਘਰ ਕਿ 6 ਸ਼ਾਸਤਰ ਹਨ ਜਿਹੜੇ ਮੰਨੇ ਗਏ। ਇਸ ਪ੍ਰਕਾਰ ਜਿਹੜਾ ਸਾਖ ਸ਼ਾਸਤਰ ਹੈ, ਦੂਸਰਾ ਨਿਆਏ ਸ਼ਾਸਤਰ, ਤੀਸਰਾ ਵਿਸ਼ੇਖਕ ਸ਼ਾਸਤਰ, ਚੌਥਾ ਪੂਰਬ ਮੀਮਾਂਸਾ ਸ਼ਾਸਤਰ, ਪੰਜਵਾਂ ਪਤੰਜਲ ਅਤੇ ਛੇਵਾਂ ਜਿਹੜਾ ਵਿਦਾਂਤ ਸ਼ਾਸਤਰ ਹੈ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। 6 ਘਰ, ਇਹ 6 ਸ਼ਾਸਤਰ ਹਨ, 6 ਗੁਰ ਤੇ ਇਹਨਾਂ ਦੇ 6 ਹੀ ਉਚਾਰਨ ਵਾਲੇ ਹਨ, ਗੁਰੂ ਹਨ ਇਹਨਾਂ ਦੇ। ਸਤਿਗੁਰਾਂ ਨੇ ਇਹਦੇ ਅੰਦਰ ਬਖਸ਼ਿਸ਼ ਕਰ ਦਿੱਤੀ 6 ਉਪਦੇਸ਼ ਤੇ ਇਹਨਾਂ ਦੇ ਫਿਰ 6 ਅੱਡੋ ਅੱਡ ਹੀ ਉਪਦੇਸ਼ ਹਨ 6 ਸ਼ਾਸਤਰਾਂ ਦੇ। ਇਹ ਅੱਡੋ ਅੱਡ ਤਰੀਕੇ ਦੇ ਨਾਲ ਉਸ ਪਰਮੇਸ਼ਰ ਦੀ ਉਸਤਤੀ ਦੇ ਅੰਦਰ ਉਸ ਦੀ ਪ੍ਰਾਪਤੀ ਵਾਸਤੇ ਇਹ ਆਪੋ ਆਪਣੇ 6 ਉਪਦੇਸ਼, ਇਹ 6 ਰਾਹ ਦੱਸਦੇ ਹਨ। 6 ਘਰ ਜਿਹੜੇ 6 ਸ਼ਾਸਤਰ ਹਨ, 6 ਗੁਰ,
6 ਹੀ ਉਹਨਾਂ ਨੂੰ ਉਚਾਰਨ ਵਾਲੇ ਉਹਨਾਂ ਦੇ ਗੁਰੂ ਅਤੇ 6 ਉਪਦੇਸ਼। ਇਹਨਾਂ ਦੇ 6 ਹੀ ਅੱਡੋ ਅੱਡ ਉਪਦੇਸ਼ ਹਨ। ਗੁਰ ਗੁਰ ਏਕੋ ਵੇਸ ਅਨੇਕ। ਗੁਰ ਗੁਰ ਏਕੋ, ਤੇ ਜਿਹੜਾ ਇਹਨਾਂ 6 ਸ਼ਾਸਤਰਾਂ ਨੂੰ ਉਚਾਰਨ ਵਾਲਾ ਗੁਰੂ ਹੈ ਉਹ ਇੱਕੋ ਹੀ ਮੰਨਿਆ ਗਿਆ ਹੈ। ਇਸ ਪ੍ਰਕਾਰ ਬਿਆਸ ਨੂੰ ਇਹ ਗੁਰੂ ਮੰਨਿਆ ਗਿਆ ਹੈ, ਕਿਉਂਕਿ ਜਿਸ ਸਮੇਂ ਉਸ ਨੂੰ ਇਹ ਅਹੰਕਾਰ ਹੋ ਗਿਆ ਸੀ ਨਾ ਕਿ ਮੈਂ ਬਹੁਤ ਗਿਆਨ ਹੈ ਮੈਨੂੰ, ਤਾਂ ਉਸ ਸਮੇਂ ਫਿਰ ਅਗੰਮੀ ਜਿਹੜੀ ਤਲਵਾਰ ਚੱਲੀ ਸੀ ਤਾਂ ਉਸ ਦੇ 6 ਟੋਟੇ ਸਰੀਰ ਦੇ ਕੀਤੇ ਗਏ ਸਨ। ਤੇ ਉਹਨਾਂ 6 ਟੋਟਿਆਂ ਦੇ ਵਿੱਚੋਂ ਇਹ ਜਿਹੜੇ 6 ਰਿਸ਼ੀ ਫਿਰ ਪੈਦਾ ਹੋਏ ਤੇ ਉਹਨਾਂ ਨੇ ਇਹ 6 ਸ਼ਾਸਤਰ ਉਚਾਰਨ ਕੀਤੇ ਸਨ। ਇਸ ਕਾਰਨ ਕਰਕੇ ਗੁਰ ਗੁਰ ਏਕੋ, ਇਹਨਾਂ 6 ਸ਼ਾਸਤਰਾਂ ਜਿਹੜਾ ਗੁਰੂ ਉਹ ਇੱਕ ਬਿਆਸ ਨੂੰ ਮੰਨਿਆ ਗਿਆ ਹੈ। ਗੁਰ ਗੁਰ ਬਿਆਸ ਦਾ ਗੁਰੂ ਜਿਹੜਾ ਬ੍ਰਹਮਾ ਹੈ ਤੇ ਬ੍ਰਹਮਾ ਦਾ ਗੁਰੂ ਪਰਮੇਸ਼ਰ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਗੁਰ ਗੁਰ ਏਕੋ, ਉਹ ਪਰਮੇਸ਼ਰ ਜਿਹੜਾ ਸਾਰਿਆਂ ਦੇ ਸਿਰ ਤੇ ਗੁਰੂ ਰੂਪ ਹੈ, ਗੁਰੂ ਹੈ ਸਾਰਿਆਂ ਦਾ, ਉਹ ਇੱਕੋ ਹੈ। ਅਕਾਲ ਪੁਰਖ ਜਿਹੜਾ ਵਾਹਿਗੁਰੂ ਉਹ ਇੱਕ। ਗੁਰ ਗੁਰ ਏਕੋ ਵੇਸ ਅਨੇਕ, ਤੇ ਉਸ ਦੇ ਅਨੇਕਾਂ ਹੀ ਵੇਸ ਹਨ। ਅਨੇਕ ਹੈ ਫਿਰ ਏਕ ਹੈ, ਅਨੇਕਾਂ ਹੀ ਵੇਸਾਂ ਦੇ ਅੰਦਰ ਉਹ ਪਰਮੇਸ਼ਰ ਵਿਚਰ ਰਿਹਾ ਹੈ। ਇਸੇ ਹੀ ਪ੍ਰਕਾਰ 6 ਘਰ 6 ਗੁਰ 6 ਉਪਦੇਸ਼, ਭਾਵੇਂ ਇਹਨਾਂ 6 ਸ਼ਾਸਤਰਾਂ ਦੇ ਅੱਡੋ ਅੱਡ ਗੁਰੂ ਹਨ, ਅੱਡੋ ਅੱਡ ਇਹਨਾਂ ਦੇ ਉਪਦੇਸ਼ ਹਨ, ਪਰ ਗੁਰ ਗੁਰ ਏਕੋ ਜਿਹੜਾ ਇੱਕ ਪਰਮੇਸ਼ਰ ਹੈ ਉਸ ਦੇ ਰਾਹ ਹੀ ਇਹ ਦੱਸਦੇ ਹਨ ਨਾ, ਉਸ ਤੱਕ ਪਹੁੰਚਣ ਦੇ। ਉਹ ਪਰਮੇਸ਼ਰ ਇੱਕੋ ਹੀ ਹੈ, ਉਸੇ ਦੇ ਹੀ ਇਹ ਵੇਸ ਹਨ, ਉਸੇ ਨੇ ਹੀ ਇਹ ਵੇਸ, ਇਹ 6 ਸ਼ਾਸਤਰ ਆਦਿਕ ਸਾਰੇ ਉਸੇ ਨੇ ਪਸਾਰਾ ਕੀਤਾ ਹੈ। ਪਰਮੇਸ਼ਰ ਨੇ ਗੁਰ ਗੁਰ ਏਕੋ, ਸਾਰਿਆਂ ਦੇ ਸਿਰ ਦੇ ਉੱਪਰ ਜਿਹੜਾ ਗੁਰੂ ਉਹ ਪਰਮੇਸ਼ਰ ਉਹ ਇੱਕੋ ਅਦਵੈਤ ਸਰੂਪ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸਤਿਗੁਰੂ ਜੀ ਬਖਸ਼ਿਸ਼ ਕਰੋ ਕਿ ਅਸੀਂ ਕਿਹੜੇ ਘਰ ਦੇ ਅੰਦਰ ਰਹਿਣਾ ਕਰੀਏ, ਕਿਹੜੇ ਘਰ ਦੇ ਅੰਦਰ ਰਹਿ ਕਰਕੇ ਤੁਹਾਡੀ ਪ੍ਰਾਪਤੀ ਹੋਵੇਗੀ। ਤੇ ਸਤਿਗੁਰੂ ਫਰਮਾਉਂਦੇ ਹਨ, ਬਾਬਾ ਹੇ ਉੱਤਮ ਜੀਵ, ਹੇ ਸ੍ਰੇਸ਼ਟ ਪੁਰਖ, ਸਤਸੰਗੀ ਜੀਵ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਜਿਹੜੇ ਘਰ ਦੇ ਅੰਦਰ ਕਰਤੇ ਪਰਮੇਸ਼ਰ ਦੀ ਕੀਰਤੀ ਹੋਵੇ, ਹਰ ਜਸ ਕੀਤਾ ਜਾਵੇ। ਜੈ ਘਰ ਕਰਤੇ ਕੀਰਤ ਹੋਏ। ਕੀਰਤ ਕਿੱਥੇ ਹੁੰਦੀ ਹੈ ਪਰਮੇਸ਼ਰ ਦੀ? ਸਤ ਸੰਗਤ ਦੇ ਅੰਦਰ। ਸਤ ਸੰਗਤ ਰੂਪੀ ਘਰ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੋ ਘਰ ਰਾਖ ਵਡਾਈ ਤੋਏ। ਉਸ ਸੋ ਘਰ ਜਿੱਥੇ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਭਾਵ ਕਿ ਜਿਹੜੀ ਸਤ ਸੰਗਤ ਹੈ ਸਤਿਗੁਰਾਂ ਦੀ, ਸਤਿਗੁਰਾਂ ਨੇ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿੱਤੀ ਗੁਰਸਿੱਖਾਂ ਨੂੰ। ਸਤਿਗੁਰੂ ਫਰਮਾਉਂਦੇ ਕਿ ਇਸ ਸਤ ਸੰਗਤ ਦੇ ਅੰਦਰ ਜੈ ਘਰ ਕਰਤੇ ਕੀਰਤ ਹੋਏ। ਸੋ ਘਰ, ਉਸ ਘਰ ਦੇ ਅੰਦਰ ਰਾਖ, ਆਪਣੇ ਆਪ ਨੂੰ ਤੂੰ ਟਿਕਾ, ਉਸ ਘਰ ਦੇ ਅੰਦਰ ਰਹਿਣਾ ਕਰ। ਸਵੇਰ ਸ਼ਾਮ ਉਸ ਘਰ ਦੇ ਅੰਦਰ ਆਣ ਕਰਕੇ ਤੇ ਕੀਰਤੀ ਕਰ ਲਾ ਪਰਮੇਸ਼ਰ ਦੀ। ਫਿਰ ਕੀ ਹੋਵੇਗਾ? ਵਡਾਈ ਤੋਹੇ, ਫਿਰ ਤੇਰੀ ਜਿਹੜੀ ਹੈ ਵਡਾਈ, ਜਿਹੜੀ ਤੈਨੂੰ ਇਹ ਜੀਵ ਇਸਤਰੀ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਦੀ ਜਿਹੜੀ ਵਡਾਈ ਹੈ, ਜਿਹੜਾ ਇਹ ਸਾਹਾ ਲਿਖਿਆ ਗਿਆ, ਇਹ ਪਰਮੇਸ਼ਰ ਦੇ ਨਾਲ ਸਾਹੇ ਤੋਂ ਪਹਿਲਾਂ ਜੇਕਰ ਤੇਰਾ ਮਿਲਾਪ ਹੋ ਜਾਵੇ, ਇਹ ਜਿਹੜੀ ਤੇਰੀ ਵਡਿਆਈ ਹੈ ਨਾ, ਇਹ ਤੈਨੂੰ ਪ੍ਰਾਪਤ ਹੋ ਜਾਵੇਗੀ। ਇਹ ਗੁਰੂ ਰੂਪ, ਇਹ ਪਰਮੇਸ਼ਰ ਰੂਪ ਜਿਹੜੀ ਵਡਿਆਈ ਹੈ, ਉਹ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਵਡਿਆਈ ਮਿਲ ਜਾਵੇਗੀ। ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਰੂਪੀ ਤੈਨੂੰ ਵਡਿਆਈ ਮਿਲ ਜਾਵੇਗੀ। ਅਥਵਾ ਜਿਹੜਾ ਪਰਮੇਸ਼ਰ ਦਾ ਵਡਿਆਈਆਂ ਦਾ ਖਜ਼ਾਨਾ, ਪਰਮੇਸ਼ਰ ਦਾ ਨਾਮ ਹੈ, ਉਹ ਤੈਨੂੰ ਇਹ ਪ੍ਰਾਪਤ ਹੋ ਜਾਵੇਗਾ। ਕਿੱਥੋਂ ਪ੍ਰਾਪਤ ਹੋਵੇਗਾ? ਜੈ ਘਰ ਕਰਤੇ ਕੀਰਤ ਹੋਏ। ਜਿਸ ਘਰ ਦੇ ਅੰਦਰ ਕਰਤੇ ਪਰਮੇਸ਼ਰ ਦੀ ਕੀਰਤੀ ਹੁੰਦੀ ਹੈ, ਭਾਵ ਜੋ ਸਤ ਸੰਗਤ ਹੈ ਸਤਿਗੁਰਾਂ ਦੀ, ਸੋ ਘਰ ਰਾਖ, ਤੂੰ ਉੱਥੇ ਰਹਿਣਾ ਕਰ, ਆਪਦੇ ਹਿਰਦੇ ਨੂੰ ਉੱਥੇ ਰੱਖ। ਫਿਰ ਤੈਨੂੰ ਇਹ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਡਿਆਈ ਤੋਂ ਇਹ ਤੇਰੀ ਵਡਿਆਈ ਹੋਵੇਗੀ। ਅਥਵਾ ਜੈ ਘਰ ਕਰਤੇ ਕੀਰਤ ਹੋਏ। ਹੇ ਆਪਾਂ ਅਰਦਾਸ ਕਰਨੀ ਹੈ ਸਤਿਗੁਰਾਂ ਅੱਗੇ ਕਿ ਹੇ ਸਤਿਗੁਰੂ ਜੀਓ, ਜਿਹੜੇ ਘਰ ਦੇ ਅੰਦਰ ਤੁਹਾਡੀ ਕੀਰਤੀ ਹਰ ਜਸ ਹੁੰਦਾ ਹੈ, ਕੀਰਤਨ ਕਥਾ ਆਰਤੀ ਹੁੰਦੀ ਹੈ ਤੁਹਾਡੀ, ਭਾਵ ਸਤ ਸੰਗਤ ਦੇ ਅੰਦਰ ਕਿਰਪਾ ਕਰੋ। ਸੋ ਘਰ ਰਾਖ, ਸਾਨੂੰ ਕਿਰਪਾ ਕਰਕੇ ਉਸ ਘਰ ਦੇ ਅੰਦਰ ਰੱਖਣਾ ਕਰੋ। ਸਾਨੂੰ ਭਾਵ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰ ਦਵੋ, ਤਾਂ ਜੋ ਅਸੀਂ ਵੀ ਸਤ ਸੰਗਤ ਦੇ ਅੰਦਰ ਆਣ ਕਰਕੇ ਆਪਣੇ ਜਿਹੜੀ ਜਨਮਾਂ ਦੀ ਮਨ ਨੂੰ ਮੈਲ ਲੱਗੀ ਹੈ, ਉਸ ਨੂੰ ਉਤਾਰ ਕਰਕੇ ਤੇ ਜਿਹੜੀ ਭਈ ਪ੍ਰਾਪਤ ਮਾਨੁਖ ਦੇਹੁਰੀਆ ਹੈ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਵਾਰੀ ਹੈ, ਇਹ ਸਾਡੀ ਸਫਲੀ ਹੋ ਜਾਵੇ। ਸਿੰਜ ਇਵੇਹਾ ਵਾਰ
ਜਿਤ ਬਹੁੜ ਨਾ ਹੋਵੀ ਜਨਮੜਾ, ਕਿ ਅਜਿਹਾ ਵਾਰ ਸਾਡਾ ਸਿੰਝਿਆ ਜਾਵੇ, ਅਜਿਹਾ ਅਸੀਂ ਵਾਰ ਕਰ ਦਈਏ ਕਿ ਇਹ ਦੁਬਾਰਾ ਇਹ ਜਨਮੜਾ, ਇਹ ਜਨਮ ਹੋਣਾ ਹੈ ਸਾਡਾ, ਇਹ ਬਾਰ-ਬਾਰ ਫਿਰ ਇਹ ਤੋਂ ਅਸੀਂ ਬਚ ਜਾਵਾਂਗੇ ਜੇਕਰ ਸਤਿਗੁਰੂ ਤੁਸੀਂ ਸਾਨੂੰ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰ ਦੋਗੇ। ਜੈ ਘਰ ਕਰਤੇ ਕੀਰਤ ਹੋਏ, ਜਿਹੜੇ ਘਰ ਦੇ ਅੰਦਰ ਪਰਮੇਸ਼ਰ ਦੀ ਕੀਰਤਨ ਹੋਣਾ, ਕਥਾ ਹੋਣੀ, ਪਰਮੇਸ਼ਰ ਦੇ ਸੋਹਲੇ ਗਾਉਣੇ ਤੇ ਆਰਤੀ ਗਾਉਣੀ, ਸਤ ਸੰਗਤ ਦੇ ਅੰਦਰ ਰਾਖ ਵਡਾਈ ਤੋਹੇ, ਜੈ ਘਰ ਕਰਤੇ ਕੀਰਤ ਹੋਏ ਸੋ ਘਰ। ਹੇ ਪਰਮੇਸ਼ਰ ਸਾਨੂੰ ਉਸ ਘਰ ਦੇ ਅੰਦਰ ਹੀ ਰੱਖਣਾ ਕਰੋ, ਸਾਨੂੰ ਉਸ ਆਪਣੇ ਸਤ ਸੰਗਤ ਰੂਪੀ ਘਰ ਦੇ ਅੰਦਰ ਹੀ ਰੱਖੋ। ਵਡਾਈ ਤੋਹੇ, ਜਿੱਥੇ ਤੁਹਾਡੀ ਵਡਿਆਈ ਹੈ ਪਰਮੇਸ਼ਰ ਕੀਤੀ ਜਾਂਦੀ ਹੈ। ਵਿਸੋਏ ਚਸਿਆ, ਵਿਸ਼ਰਾਮ ਦੇ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਵਿਸੋਏ ਚਸਿਆ ਘੜੀਆ ਪਹਿਰਾ, ਥਿਥੀਵਾਰ ਮਾਹੋ ਹੋਆ। ਵਿਸਵੇ ਸਾਧ ਸੰਗਤ ਅੱਖ ਨੂੰ ਪਲਕ ਕੇ ਝਮਕਣ ਦੇ ਸਮੇਂ ਦੇ ਅੰਦਰ ਬੰਦ ਕਰਕੇ ਖੋਲਣ ਦੇ ਸਮੇਂ ਨੂੰ ਨਿਮਖ ਕਿਹਾ ਜਾਂਦਾ ਹੈ। ਇਸ ਪ੍ਰਕਾਰ 15 ਨਿਮਖਾਂ ਦੇ ਇੱਕ ਵਿਸਵਾ ਬਣਦਾ ਹੈ। ਵਿਸਵੇ ਚਸਿਆ, ਅਤੇ ਜਿਹੜੀਆਂ 15 ਵਿਸਵੇ ਹਨ, 15 ਵਿਸਾਂ ਨੂੰ ਮਿਲਾ ਕਰਕੇ ਤੇ ਇੱਕ ਚਸਾ ਬਣਦਾ ਹੈ। ਚਸਿਆ ਘੜੀਆਂ, ਤੇ ਜਿਹੜੇ 30 ਚਸੇ ਹਨ ਇਹਨਾਂ ਨੂੰ ਮਿਲਾ ਕਰਕੇ ਇੱਕ ਪਲ ਬਣਦਾ ਹੈ, ਤੇ 60 ਪਲਾਂ ਨੂੰ ਮਿਲਾ ਕਰਕੇ ਇੱਕ ਘੜੀ ਬਣਦੀ ਹੈ। ਤੇ ਜਿਹੜਾ ਇੱਕ ਪਹਿਰ ਹੈ ਜੋ 7.5 ਘੜੀਆਂ ਦਾ ਇੱਕ ਪਹਿਰ ਮੰਨਿਆ ਗਿਆ ਹੈ। ਅਤੇ ਵਿਸਵੇ ਚਸਿਆ ਘੜੀਆਂ ਪਹਿਰਾ ਅਤੇ ਥਿੱਤੀ, ਜਿਹੜੇ 4 ਪੈਰਾਂ ਨੂੰ ਮਿਲਾ ਕਰਕੇ ਇੱਕ ਥਿੱਤੀ ਬਣਦੀ ਹੈ, ਅਤੇ 8 ਪੈਰਾਂ ਨੂੰ ਮਿਲਾ ਕਰਕੇ ਇੱਕ ਦਿਨ ਬਣਦਾ ਹੈ। ਥਿੱਤੀ ਵਾਰੀ, ਤੇ ਜਿਹੜੇ ਵਾਰ ਹਨ ਨਾ 7 ਵਾਰ, ਜਿਹੜਾ ਹਫਤਾ ਹੈ ਉਹ 7 ਵਾਰ ਭਾਵ ਦਿਨ, 7 ਦਿਨਾਂ ਨੂੰ ਮਿਲਾ ਕਰਕੇ ਇੱਕ ਹਫਤਾ ਬਣਿਆ। ਅਤੇ ਮਾਹੋ, ਜਿਹੜਾ 4 ਹਫਤਿਆਂ ਨੂੰ ਭਾਵ 30 ਦਿਨਾਂ ਨੂੰ ਮਿਲਾ ਕਰਕੇ ਤੇ ਇੱਕ ਮਹੀਨਾ ਬਣ ਗਿਆ। ਤੇ ਹੋਆ, ਜਿਹੜਾ ਇਹ ਫਿਰ ਮਹੀਨੇ ਹਨ, ਇਹ 12 ਮਹੀਨਿਆਂ ਨੂੰ ਮਿਲਾ ਕਰਕੇ ਹੋਆ ਇੱਕ ਜਿਹੜਾ ਸਾਲ ਪੂਰਾ ਹੋ ਜਾਂਦਾ ਹੈ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੂਰਜ ਇੱਕੋ ਰੁੱਤ ਅਨੇਕ, ਰੁੱਤ ਅਨੇਕ, ਇਹ 12 ਮਹੀਨਿਆਂ ਦੇ ਅੰਦਰ ਫਿਰ 2-2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ, ਭਾਵ 6 ਰੁੱਤਾਂ। ਤੇ 6 ਰੁੱਤਾਂ ਜਿਸ ਪ੍ਰਕਾਰ ਬਸੰਤ, ਪਤਝੜ, ਗਰੀਖਮ, ਪਾਵਸ, ਸਰਦ ਤੇ ਹਿਮ, ਇਹ ਜਿਹੜੀਆਂ 6 ਰੁੱਤਾਂ, ਰੁੱਤ ਅਨੇਕ ਪਰ ਸੂਰਜ ਏਕੋ, ਇਹ ਜਿਹੜੀਆਂ ਰੁੱਤਾਂ ਬਦਲਦੀਆਂ ਹਨ, ਥਿੱਤਾਂ ਵਾਰ, ਚਸੇ ਘੜੀਆਂ, ਵਿਸੂਏ ਹਨ ਜਿਹੜੇ ਸਾਰੇ ਹੀ, ਇਹਨਾਂ ਦੇ ਅੰਦਰ ਸੂਰਜ ਏਕੋ। ਉਹ ਸੂਰਜ ਤਾਂ ਇੱਕੋ ਹੀ ਹੈ, ਜਿਸ ਦੇ ਕਾਰਨ ਕਰਕੇ, ਜਿਸ ਸੂਰਜ ਕਰਕੇ ਇਹ ਰੁੱਤਾਂ ਬਦਲਦੀਆਂ ਹਨ, ਉਹ ਸੂਰਜ ਤਾਂ ਇੱਕੋ ਹੀ ਹੈ। ਸਤਿਗੁਰ ਬਖਸ਼ਿਸ਼ ਕਰਦੇ ਹਨ। ਇਸੇ ਹੀ ਪ੍ਰਕਾਰ ਜਿਹੜਾ ਉਸ ਪਰਮੇਸ਼ਰ ਹੈ, ਪਰਮੇਸ਼ਰ ਦਾ ਜੋ ਪਸਾਰਾ ਹੈ, ਪਰਮੇਸ਼ਰ ਇੱਕ ਹੀ ਹੈ, ਪਰ ਉਸ ਦੇ ਜਿਹੜੇ ਰੁੱਤ ਅਨੇਕ, ਉਸ ਨੇ ਅਨੇਕਾਂ ਹੀ ਤਰੀਕਿਆਂ ਨਾਲ ਇਹ ਜੀਵ ਜੋ ਪੈਦਾ ਕੀਤੇ ਹਨ। ਨਾਨਕ ਕਰਤੇ ਕੇ ਕੇਤੇ ਵੇਸ, ਕਰਤੇ ਕੇ, ਸਤਿਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਕਰਤੇ ਕੇ ਉਸ ਪਰਮੇਸ਼ਰ ਦੇ ਇਹ ਜਿਹੜੇ ਕੇਤੇ, ਕਿਤਨੇ ਹੀ ਜਿਹੜੇ ਵੇਸ ਸਰੂਪ ਹਨ ਪਰਮੇਸ਼ਰ ਦੇ, ਉਸ ਨੇ ਇਸ ਪ੍ਰਕਾਰ ਬਣਾਏ ਹਨ। ਨਾਨਕ ਕਰਤੇ ਕੇ ਕੇਤੇ ਵੇਸ, ਅਨੇਕ ਹੈ ਫਿਰ ਏਕ ਹੈ, ਪਰਮੇਸ਼ਰ ਦੇ ਅਨੇਕਾਂ ਹੀ ਵੇਸ ਹਨ। ਇਸੇ ਪ੍ਰਕਾਰ ਜਿਹੜਾ ਸੂਰਜ ਇੱਕੋ, ਸੂਰਜ ਆਪਾਂ ਕਹਿੰਦੇ ਹਾਂ ਕਿ ਛਿਪ ਗਿਆ ਹੈ, ਉਹ ਧਰਤੀ ਦੇ ਓਹਲੇ ਹੋਣ ਕਰਕੇ ਉਹ ਛਿਪਿਆ ਹੋਇਆ ਪ੍ਰਤੀਤ ਹੁੰਦਾ ਹੈ। ਉਸੇ ਕਾਰਨ ਕਰਕੇ ਜੋ ਦਿਨ ਬਣ ਹੁੰਦਾ ਹੈ, ਰਾਤ ਹੁੰਦੀ ਹੈ, ਸੂਰਜ ਕਰਕੇ ਹੀ। ਤੇ ਜਿਹੜਾ ਪਰਮੇਸ਼ਰ ਹੈ ਨਾ, ਇਹ ਜੀਵਾਂ ਦੇ ਉੱਪਰ ਮਾਇਆ ਦਾ ਜਿਹੜਾ ਪਰਦਾ ਹੈ, ਉਸ ਦੇ ਕਾਰਨ ਕਰਕੇ ਛਿਪਿਆ ਹੋਇਆ ਦੂਰ ਪ੍ਰਤੀਤ ਹੁੰਦਾ ਹੈ। ਪਰ ਇਹ ਜਿਹੜਾ ਦਿਨ ਰਾਤ, ਇਹ ਰੁੱਤਾਂ, ਇਹ ਜਿਹੜਾ ਸੰਸਾਰ ਬਣਨਾ ਚੱਲਣਾ, ਇਹ ਹੈ ਤਾਂ ਪਰਮੇਸ਼ਰ ਇੱਕ ਦੇ ਕਰਕੇ ਹੀ, ਉਸ ਦੇ ਦੁਆਰਾ ਹੀ ਇਹ ਸਾਰਾ ਸ੍ਰਿਸ਼ਟੀ ਪੈਦਾ ਹੋਈ ਹੈ ਨਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਉਸਤਤ ਬਾਣੀ ਦੇ ਅੰਦਰ ਬੜਾ ਸੁੰਦਰ ਇੱਕ ਕਵਿਤ ਰਚਿਆ ਹੈ। ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਿ ਹੇ ਪਰਮੇਸ਼ਰ ਕਤਹੂ ਤੁਸੀਂ ਸੁਚੇਤ ਹੋ ਕਰਕੇ ਚੇਤਨਾ ਕੋ ਚਾਰ ਕੀਓ, ਜਿਹੜੀ ਮਾਇਆ ਜੜ ਰੂਪ ਹੈ ਉਸ ਨੂੰ ਤੁਸੀਂ ਆਪਣੀ ਚੇਤਨ ਸੱਤਾ ਦੇ ਕਰਕੇ, ਤੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਤੇ ਤੁਸੀਂ ਇੱਕ ਮਾਈ ਨੂੰ ਫਿਰ ਆਪਣੀ ਚੇਤਨ ਸੱਤਾ ਦੇ ਕਰਕੇ ਉਸ ਨੂੰ ਹੁਕਮ ਕਰਕੇ ਤਿੰਨ ਜਿਹੜੇ ਚੇਲੇ ਬ੍ਰਹਮਾ, ਵਿਸ਼ਨੂੰ ਤੇ ਮਹਾਦੇਵ ਇਹ ਪੈਦਾ ਕਰਕੇ ਤੇ ਸ੍ਰਿਸ਼ਟੀ ਤੁਸੀਂ ਪੈਦਾ ਕਰ ਦਿੱਤੀ।
ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਜਿਹੜੀ ਆਪਣੀ ਚੇਤਨ ਸੱਤਾ ਦੇ ਕਰਕੇ ਤੇ ਚਾਰ ਕੀਓ ਜਿਹੜੀ ਸੁੰਦਰ ਸ੍ਰਿਸ਼ਟੀ ਹੈ ਰਚ ਦਿੱਤੀ। ਤੇ ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਤੇ ਕਿਤੇ ਹੈ ਪਰਮੇਸ਼ਰ ਤੁਸੀਂ ਅਚਿੰਤ ਹੋ ਕਰਕੇ, ਚਿੰਤਾ ਤੋਂ ਰਹਿਤ ਹੋ ਕਰਕੇ ਤੇ ਸੋਵਤ ਅਚੇਤ ਹੋ, ਆਪਣੇ ਸਰੂਪ ਦੇ ਅੰਦਰ ਹੀ ਸਮਾ ਰਹੇ ਹੋ। ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਿਤੇ ਤੁਸੀਂ ਹੈ ਪਰਮੇਸ਼ਰ ਭਿਖਾਰੀ ਹੋ ਕਰਕੇ ਤੇ ਭੀਖ ਮੰਗ ਰਹੇ ਹੋ, ਦਰ ਦਰ ਤੇ ਜਾ ਕਰਕੇ ਦਰ ਮੰਗਣ ਭਿਖ ਨਾ ਪਾਏਦਾ, ਐਸੀ ਕਿਸੇ ਦੇ ਉੱਪਰ ਤੁਸੀਂ ਬਖਸ਼ ਉਹਨਾਂ ਨੂੰ। ਇਹ ਵੀ ਦਾਤ ਹੈ ਨਾ, ਇਹ ਭੀ ਦਾਤ ਕਿਤਿਆ ਦੁਖ ਭੂਖ ਸਦ ਮਾਰ, ਇਹ ਭੀ ਦਾਤ ਤੇਰੀ ਦਾਤਾਰ, ਕਿਸੇ ਨੂੰ ਤੁਸੀਂ ਭੀਖ ਮੰਗਣ ਦੀ ਭੁੱਖ ਦੀ ਦਾਤ ਤੁਸੀਂ ਦੇ ਦਿੱਤੀ ਹੈ। ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਿਤੇ ਤੁਸੀਂ ਪਰਮੇਸ਼ਰ ਦਰ ਦਰ ਦੇ ਉੱਪਰ ਭੀਖ ਮੰਗ ਰਹੇ ਹੋ, ਤੁਸੀਂ ਹੀ ਹੋ ਉਹ ਵੀ। ਕਤਹੂ ਕਹੂੰ ਮਹਾਰਾਜ ਹੋਏ ਕੈ ਮੰਗਿਓ ਧਨ ਦੇਤ ਹੋ, ਤੇ ਕਿਥੇ ਤੁਸੀਂ ਮਹਾਰਾਜ ਬਣ ਕਰਕੇ ਤੇ ਮੰਗਿਆ ਹੋਇਆ ਦਾਨ ਧਨ ਤੁਸੀਂ ਦੇਣ ਦੇ ਬਲਸ਼ਾਲੀ ਹੋ, ਤੁਸੀਂ ਦਾਨ ਦੇ ਰਹੇ ਹੋ ਦਾਨੀ ਬਣ ਕੇ, ਕਿਤੇ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਕੋ, ਕਿਤੇ ਤੁਸੀਂ ਹੈ ਪਰਮੇਸ਼ਰ ਮਹਾਰਾਜਾ ਨੂੰ ਅਨੰਤ ਦਾਨ, ਜਿਹੜਾ ਅਨੰਤ ਰਾਜ ਦਾ ਉਹਨਾਂ ਨੂੰ ਰਾਜਿਆਂ ਨੂੰ ਤੁਸੀਂ ਦਾਨ ਦੇ ਦਿੱਤਾ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਣ ਛਿਤ ਲੇਤ ਹੋ, ਕਿਤੇ ਤੁਸੀਂ ਉਹਨਾਂ ਮਹਾਰਾਜਿਆਂ ਨੂੰ ਰਾਜ ਦਾ ਅਨੰਤ ਰਾਜ ਦਾ ਦਾਨ ਦੇ ਰਹੇ ਹੋ, ਤਾਂ ਕਿਤੇ ਉਹਨਾਂ ਨੂੰ ਹਰਾ ਕਰਕੇ ਤੇ ਉਹਨਾਂ ਦੇ ਪਾਸੋਂ ਜਿਹੜਾ ਰਾਜ ਦਿੱਤਾ ਉਹ ਛੀਣ ਵੀ ਲੈ ਰਹੇ ਹੋ, ਤੁਸੀਂ ਹੀ ਛੀਣ ਰਹੇ ਹੋ ਉਹਨਾਂ ਪਾਸੋਂ, ਇਹ ਉਹਨਾਂ ਤੋਂ ਦਾਤ ਤੁਸੀਂ ਵਾਪਸ ਵੀ ਲੈ ਰਹੇ ਹੋ। ਕਹੂੰ ਬੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰਗੁਣ ਸਮੇਤ ਹੋ। ਕਹੂੰ ਬੇਦ ਰੀਤ, ਕਿਸੇ ਜਗ੍ਹਾ ਤੇ ਤੁਸੀਂ ਵੇਦਾਂ ਦੇ ਅਨੁਸਾਰ ਹੋ ਕਰਕੇ ਤੇ ਉਹਨਾਂ ਦੀ ਰੀਤ ਨੂੰ ਪਾਲਣ ਕਰ ਰਹੇ ਹੋ। ਕਹੂੰ ਤਾਸਿਓ ਵਿਪਰੀਤ, ਉਹਨਾਂ ਰੀਤਾਂ ਦੇ ਉਲਟ ਤੁਸੀਂ ਕਿਤੇ ਕਾਰਜ ਕਰ ਰਹੇ ਹੋ। ਕਹੂੰ ਤ੍ਰਿਗੁਣ ਅਤੀਤ, ਕਿਤੇ ਤੁਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਅਤੀਤ ਸਹਿਤ ਹੋ ਕਰਕੇ, ਤਿੰਨਾਂ ਗੁਣਾਂ ਤੋਂ ਅਤੀਤ ਤੁਸੀਂ ਦੂਰ ਹੋ, ਤਿੰਨਾਂ ਗੁਣਾ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਕਿਤੇ ਤੁਸੀਂ ਨਹੀਂ ਹੋ। ਤੇ ਕਹੂੰ ਸਰਗੁਣ ਸਮੇਤ ਹੋ, ਤੇ ਕਿਸੇ ਤੁਸੀਂ ਮਾਇਆ ਦੇ ਤਿੰਨੇ ਗੁਣਾਂ ਦੇ ਸਮੇਤ ਹੀ ਹੋ ਆਪਣੇ ਸਰਗੁਣ ਸਰੂਪ ਅੰਦਰ। ਅਨੇਕ ਹੈ ਫਿਰ ਏਕ ਹੈ, ਜੋ ਪਰਮੇਸ਼ਰ ਹੈ ਨਾ, ਸੂਰਜ ਇੱਕੋ ਰੁੱਤ ਅਨੇਕ, ਇਹ ਸੂਰਜ ਤਾਂ ਇੱਕੋ ਪਰਮੇਸ਼ਰ ਹੀ ਹੈ। ਕਹੂੰ ਬੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਇਸੇ ਪ੍ਰਕਾਰ ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆ ਧਾਰ, ਕਹੂੰ ਭਏ ਕਿੰਨਰ ਪਿਸਾਚ, ਕਹੂੰ ਪ੍ਰੇਤ ਹੋ, ਕਹੂੰ ਹੋਏ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕੈ ਤੁਰਕਾ ਪੁਕਾਰੇ ਬਾਗ ਦੇਤ ਹੋ। ਤੁਸੀਂ ਹੈ ਪਰਮੇਸ਼ਰ ਤੁਹਾਡੇ ਹੀ ਵੇਸ ਹਨ, ਸੂਰਜ ਏਕੋ ਰੁੱਤ ਅਨੇਕ, ਅਨੇਕ ਹੈ ਫਿਰ ਏਕ ਹੈ। ਪਰਮੇਸ਼ਰ ਇੱਕ ਹੁੰਦਾ ਹੋਇਆ ਅਨੇਕਾਂ ਦੇ ਅੰਦਰ, ਉਹ ਸੂਰਜ ਦੀ ਨਿਆਈ ਇੱਕ ਹੀ ਹੈ, ਪਰ ਰੁੱਤਾਂ ਦੀ ਨਿਆਈ ਜਿਹੜੇ ਜੀਵ ਹਨ ਨਾ ਵੰਨ ਸਵੰਨੇ ਉਸ ਪਰਮੇਸ਼ਰ ਨੇ ਪੈਦਾ ਕਰਨਾ ਕਰ ਦਿੱਤੇ। ਨਾਨਕ ਕਰਤੇ ਕੇ ਕੇਤੇ ਵੇਸ, ਇਹ ਜਿਹੜਾ ਕਰਤਾ ਪਰਮੇਸ਼ਰ ਹੈ ਨਾ, ਇਹ ਸਾਰੇ ਵੇਸ ਉਸੇ ਦੇ ਹੀ ਹਨ। ਜਿਤਨੇ ਵੀ ਜੀਵ ਜੰਤ ਬਨਸਪਤੀ ਆਪਾਂ ਆਪਣੀ ਨਿਗਾਹ ਦੇ ਅੰਦਰ ਆਉਂਦੀ ਹੈ, ਆਪਾਂ ਤਾਂ ਅਸਥੂਲ ਚੀਜ਼ਾਂ ਹੀ ਵੇਖ ਸਕਦੇ ਹਾਂ, ਜਿਹੜੀਆਂ ਸੂਖਮ ਵਸਤੂਆਂ ਹਨ ਉਹ ਵੀ ਤਾਂ ਪਰਮੇਸ਼ਰ ਦਾ ਰੂਪ ਆਪਾਂ ਨੂੰ ਨਜ਼ਰ ਨਹੀਂ ਆਉਂਦੀਆਂ, ਉਹ ਵੀ ਪਰਮੇਸ਼ਰ ਤਾਂ ਉਹਨਾਂ ਦੇ ਅੰਦਰ ਵੀ ਵਸ ਰਿਹਾ ਹੈ। ਚੀਟੀ ਕੀ ਚਿੰਗਾਰ ਪਲ ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚਤ ਤਾਹੇ, ਚੀਟੀ ਕੀ ਚਿੰਗਾਰ ਪਹਿਲੇ ਹੀ ਸੁਣੀਅਤ ਹੈ। ਹਾਥੀ ਕੀ ਪੁਕਾਰ, ਉਸ ਪਰਮੇਸ਼ਰ ਤੱਕ ਹਾਥੀ ਦੀ ਪੁਕਾਰ ਤਾਂ ਬਾਅਦ ਵਿੱਚ ਪਹੁੰਚਦੀ ਹੈ, ਜਿਹੜੀ ਚੀਟੀ ਚਿੰਗਾਰ ਕਰਦੀ ਹੈ ਨਾ, ਉਸ ਦੀ ਪੁਕਾਰ ਪਰਮੇਸ਼ਰ ਤੱਕ ਪਹਿਲਾਂ ਪਹੁੰਚ ਜਾਂਦੀ ਹੈ। ਭਾਵ ਸੂਰਜ ਇੱਕੋ ਰੁੱਤ ਅਨੇਕ, ਇੱਕੋ ਜੋਤ ਉਹ ਕੀੜੀ ਦੇ ਅੰਦਰ ਵੀ ਵਰਤ ਰਹੀ ਹੈ, ਹਾਥੀ ਦੇ ਅੰਦਰ ਵੀ ਉਸ ਪਰਮੇਸ਼ਰ ਦੀ ਇੱਕੋ ਜੋਤ ਹੀ ਵਰਤ ਰਹੀ ਹੈ। ਨਾਨਕ ਕਰਤੇ ਕੇ ਕੇਤੇ ਵੇਸ, ਜਿਹੜਾ ਕਰਤਾ ਪਰਮੇਸ਼ਰ ਹੈ, ਇਹ ਸਾਰੇ ਵੇਸ ਉਸੇ ਦੇ ਹੀ ਹਨ, ਉਸੇ ਦੇ ਹੀ ਸਰੂਪ ਬਣਾਏ ਹੋਏ ਹਨ। ਅਨੇਕ ਹੈ ਫਿਰ ਏਕ ਹੈ, ਉਹ ਅਨੇਕਾਂ ਦੇ ਵਿੱਚ ਵਰਤਦਾ ਹੋਇਆ ਵੀ ਉਹ ਪਰਮੇਸ਼ਰ ਨਿਰਲੇਪ ਇੱਕ ਸਰੂਪ ਹੀ ਹੈ। ਰਾਗ ਧਨਾਸਰੀ ਮਹੱਲਾ ਪਹਿਲਾ। ਇਹ ਸਤਿਗੁਰਾਂ ਦਾ ਹੁਣ ਤੀਸਰਾ ਜੋ ਸ਼ਬਦ ਪ੍ਰਾਰੰਭ ਹੋ ਰਿਹਾ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੀਰਤਨ ਸੋਹਿਲਾ ਬਾਣੀ ਦੇ ਅੰਦਰ। ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਜੋ ਸੰਸਾਰ ਨੂੰ
ਉਪਦੇਸ਼ ਦੇ ਕਰਕੇ ਤੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਸੰਸਾਰ ਦੇ ਅੰਦਰ ਵਿੱਚ ਰਹੇ ਸਨ। ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਜਿਸ ਥਾਂ ਤੇ ਵੀ ਗਏ ਉੱਥੇ ਆਪਣਾ ਕੌਤਕ ਕਰਕੇ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਕਰਕੇ ਤੇ ਉਹਨਾਂ ਨੂੰ ਉਪਦੇਸ਼ ਦਿੱਤਾ। ਜਿਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਨਨਾਥਪੁਰੀ ਅੰਦਰ ਗਏ, ਸਤਿਗੁਰੂ ਉੱਥੇ ਮੰਦਰ ਦੀਆਂ ਪੌੜੀਆਂ ਤੇ ਬੈਠ ਗਏ ਤੇ ਜਿਸ ਸਮੇਂ ਫਿਰ ਪਾਂਡਿਆਂ ਨੇ ਆਰਤੀ ਕਰਨੀ ਆਰੰਭ ਕਰ ਦਿੱਤੀ ਤੇ ਸਤਿਗੁਰੂ ਖੜੇ ਨਾ ਹੋਏ ਆਰਤੀ ਦੇ ਅੰਦਰ। ਪਾਂਡਿਆਂ ਨੇ ਇਹ ਪੁੱਛਣਾ ਕੀਤਾ ਕਿ ਸਤਿਗੁਰੂ ਤੁਸੀਂ ਜਗਤ ਗੁਰੂ ਹੋ, ਤੁਸੀਂ ਮਰਿਆਦਾ ਪੁਰਸ਼ੋਤਮ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਸਾਂਝਾ ਗੁਰੂ ਹਾਂ, ਤਾਂ ਫਿਰ ਤੁਸੀਂ ਆਰਤੀ ਦੇ ਨਾਲ ਸਾਡੇ ਨਾਲ ਕਿਉਂ ਨਹੀਂ ਖੜੇ ਹੋਏ, ਕਿਉਂ ਨਹੀਂ ਸ਼ਾਮਲ ਹੋਏ? ਇਹੀ ਪ੍ਰਸ਼ਨ ਜੋ ਨਵਾਬ ਤੇ ਕਾਜੀ ਨੇ ਵੀ ਪੁੱਛਿਆ ਸੀ ਨਾ ਸੁਲਤਾਨਪੁਰ ਸਾਹਿਬ ਵਿਖੇ, ਕਿ ਜਿਸ ਸਮੇਂ ਕਿ ਉਹਨਾਂ ਨੇ ਨਵਾਬ ਸੀ ਤੇ ਕਾਜੀ ਸੀ ਜਿਹੜਾ, ਉਹਨਾਂ ਨੇ ਸਤਿਗੁਰਾਂ ਪਾਸ ਆਣ ਕਰਕੇ ਬੇਨਤੀ ਕੀਤੀ ਸੀ ਨਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਹਿੰਦੂਆਂ ਦਾ ਵੀ ਗੁਰੂ ਹਾਂ ਤੇ ਮੁਸਲਮਾਨਾਂ ਦਾ ਵੀ ਗੁਰੂ ਹਾਂ, ਤੇ ਆਓ ਫਿਰ ਸਾਡੇ ਨਾਲ ਕੁਰਾਨ ਪੜ੍ਹੋ। ਤੇ ਸਤਿਗੁਰੂ ਫਿਰ ਉੱਥੇ ਜਾ ਕਰਕੇ ਬੈਠ ਗਏ ਸਨ। ਕੁਰਾਨ ਪੜ੍ਹਨ ਲੱਗੇ। ਸਤਿਗੁਰਾਂ ਨੇ ਕੁਰਾਨ ਨਹੀਂ ਸੀ ਪੜ੍ਹੀ ਉਹਨਾਂ ਦੇ ਨਾਲ ਤੇ ਮੁਸਕਰਾਏ ਸਨ ਸਤਿਗੁਰੂ। ਤੇ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਮੈਂ ਮੁਸਲਮਾਨਾਂ ਦਾ ਵੀ ਗੁਰੂ, ਫਿਰ ਸਾਡੇ ਨਾਲ ਕੁਰਾਨ ਕਿਉਂ ਨਹੀਂ ਅਦਾ ਕੀਤੀ, ਨਮਾਜ਼ ਕਿਉਂ ਨਹੀਂ ਪੜ੍ਹੀ ਸਾਡੇ ਨਾਲ? ਸਤਿਗੁਰੂ ਕਹਿੰਦੇ ਕਿ ਮੈਂ ਨਮਾਜ਼ ਪੜ੍ਹਾਂ ਕਿਹਦੇ ਨਾਲ, ਤੁਸੀਂ ਤਾਂ ਇੱਥੇ ਹੈ ਹੀ ਨਹੀਂ ਸੀ। ਉਹਨਾਂ ਦੇ ਮਨ ਦੀ ਜਿਹੜੀ ਹਾਲਤ ਸੀ ਨਾ ਸਤਿਗੁਰਾਂ ਨੇ ਫਿਰ ਬਿਆਨ ਕਰਕੇ ਦੱਸੀ ਸੀ ਕਿ ਜਿਹੜਾ ਕਾਜੀ ਸੀ ਉਹ ਤਾਂ ਫਿਰ ਘੋੜੇ ਵੇਚਦਾ ਫਿਰਦਾ ਸੀਗਾ ਆਪਣੇ, ਤੇ ਜਿਹੜਾ ਨਵਾਬ ਸੀ, ਨਵਾਬ ਘੋੜੇ ਵੇਚਦਾ ਫਿਰਦਾ ਸੀ ਮਨ ਦੇ ਅੰਦਰ, ਤੇ ਜਿਹੜਾ ਕਾਜੀ ਸੀ ਉਸ ਦੀ ਗਾਂ ਸੂਈ ਸੀ ਤੇ ਉਸ ਨੂੰ ਫਿਕਰ ਪਿਆ ਸੀ ਕਿ ਕਿਤੇ ਵੱਛਾ ਚੁੰਘ ਨਾ ਜਾਵੇ ਗਾਂ ਨੂੰ। ਇਹ ਸਤਿਗੁਰਾਂ ਨੇ ਉਹਨਾਂ ਦੇ ਮਨ ਦੀ ਹਾਲਤ ਦੱਸੀ ਸੀ ਵੀ ਤੁਸੀਂ ਵੀ ਕੁਰਾਨ ਨਹੀਂ ਪੜ੍ਹੀ, ਤੁਸੀਂ ਵੀ ਆਪਣੇ ਕਾਰਜਾਂ ਦੇ ਅੰਦਰ ਲੱਗੇ ਰਹੇ ਤੇ ਹਾਜ਼ਰੀ ਨਹੀਂ ਲੱਗੀ ਤੁਹਾਡੀ। ਇਸੇ ਪ੍ਰਕਾਰ ਇੱਥੇ ਵੀ ਜਗਨਨਾਥਪੁਰੀ ਦੇ ਅੰਦਰ ਪ੍ਰਸ਼ਨ ਕਰ ਦਿੱਤਾ ਪਾਂਡਿਆਂ ਨੇ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਦੇ ਵੀ ਗੁਰੂ ਹਾਂ, ਜਗਤ ਗੁਰੂ ਅਖਵਾਉਂਦੇ ਹੋ ਮਰਜ਼ਾਦਾ ਪੁਰਸ਼ੋਤਮ, ਤੇ ਫਿਰ ਜਿਹੜੀ ਆਰਤੀ ਦੇ ਅੰਦਰ ਖੜੇ ਹੋ ਕਰਕੇ ਅਸੀਂ ਆਰਤੀ ਪੜ੍ਹੀ, ਫਿਰ ਤੁਸੀਂ ਆਰਤੀ ਕਿਉਂ ਨਾ ਪੜ੍ਹੀ, ਸਾਡੇ ਨਾਲ ਇਹ ਆਰਤੀ ਵਿੱਚ ਕਿਉਂ ਨਾ ਸ਼ਾਮਲ ਹੋਏ? ਸਤਿਗੁਰੂਆਂ ਨੇ ਉੱਥੇ ਬਖਸ਼ਿਸ਼ ਕੀਤੀ ਕਿ ਤੁਸੀਂ ਇਹ ਨਿੱਕੇ ਨਿੱਕੇ ਥਾਲ, ਨਿੱਕੇ ਨਿੱਕੇ ਦੀਵੇ ਲੈ ਕਰਕੇ ਤੁਸੀਂ ਆਰਤੀ ਕਰ ਰਹੇ ਹੋ ਪਰਮੇਸ਼ਰ ਦੀ, ਪਰ ਮੈਂ ਤਾਂ ਜਿਹੜੀ ਇਹ ਸਾਰੀ ਕਾਇਨਾਤ ਉਸ ਪਰਮੇਸ਼ਰ ਦੀ ਆਰਤੀ ਕਰ ਰਹੀ ਹੈ। ਸਾਰਾ ਇਤਨਾ ਵਿਸ਼ਾਲ ਥਾਲ ਤੇ ਵਿਸ਼ਾਲ ਦੀਵੇ ਅੱਗੇ ਸਤਿਗੁਰੂ ਬਖਸ਼ਿਸ਼ ਕਰਨਗੇ ਕਿ ਉਹ ਸਾਰੀ ਕਾਇਨਾਤ ਜਿਹੜੀ ਆਰਤੀ ਕਰ ਰਹੀ ਹੈ ਮੈਂ ਤਾਂ ਉਹਦੇ ਵਿੱਚ ਸ਼ਾਮਲ ਸਾਂ। ਇਹ ਤੁਹਾਡੇ ਨਾਲ ਇਹ ਨਿੱਕੇ ਨਿੱਕੇ ਥਾਲ ਤੇ ਦੀਵਿਆਂ ਦੇ ਅੰਦਰ ਦੀਵਿਆਂ ਦੁਆਰਾ ਜਿਹੜੀ ਆਰਤੀ ਕਰਨੀ, ਮੈਂ ਉਹਦੇ ਵਿੱਚ ਤਾਂ ਨਹੀਂ ਸ਼ਾਮਲ ਹੋਇਆ ਕਿਉਂਕਿ ਜਿਹੜੀ ਕਾਇਨਾਤ ਉਸ ਪਰਮੇਸ਼ਰ ਦੀ ਆਰਤੀ ਕਰ ਰਹੀ ਹੈ ਮੈਂ ਉਹਦੇ ਵਿੱਚ ਸ਼ਾਮਲ ਸਾਂ ਉਸ ਵਕਤ। ਉੱਥੇ ਫਿਰ ਸਤਿਗੁਰਾਂ ਨੇ ਪਵਿੱਤਰ ਬਚਨ ਉਚਾਰ ਕਰਕੇ ਤੇ ਪਰਮੇਸ਼ਰ ਦੀ ਆਰਤੀ ਕਰਨ ਦਾ ਢੰਗ ਤਰੀਕਾ ਜਿਹੜਾ ਸਹੀ ਦੱਸਿਆ ਉਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਰਾਗ ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਤੀਸਰਾ ਸ਼ਬਦ ਕੀਰਤਨ ਸੋਹਿਲਾ ਸਾਹਿਬ ਬਾਣੀ ਵਿੱਚ ਆ ਰਿਹਾ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਗਗਨ ਮੈਂ ਥਾਲ, ਜਿਹੜਾ ਗਗਨ ਆਕਾਸ਼, ਮੈਂ ਭਾਵ ਗਗਨ ਰੂਪੀ ਥਾਲ, ਜਿਹੜਾ ਥਾਲ ਆਰਤੀ ਕਰਨ ਲੱਗੇ ਥਾਲ ਲਿਆ ਜਾਂਦਾ ਹੈ ਨਾ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਹੜਾ ਆਕਾਸ਼ ਅਸਮਾਨ ਹੈ ਨਾ ਇਹ ਥਾਲ ਦੀ ਨਿਆਈ ਹੈ, ਵਿਸ਼ਾਲ ਥਾਲ ਦੀ ਲੋੜ ਹੈ। ਪਰਮੇਸ਼ਰ ਇਤਨਾ ਵੱਡਾ, ਇਤਨਾ ਅਚਰਜ ਸਰੂਪ ਪਰਮੇਸ਼ਰ ਦਾ, ਵਿਰਾਟ ਸਰੂਪ, ਤੇ ਉਸ ਦੀ ਆਰਤੀ ਕਰਨ ਲਈ ਫਿਰ ਥਾਲ ਵੀ ਉਤਨਾ ਹੀ ਵੱਡਾ ਚਾਹੀਦਾ ਹੈ। ਤੇ ਪਰਮੇਸ਼ਰ ਨੇ ਥਾਲ ਜਿਹੜਾ ਆਕਾਸ਼ ਲੈ ਕੇ ਇਹ ਫਰਮਾਇਆ ਗਗਨ ਮੈਂ ਥਾਲ, ਜਿਹੜਾ ਗਗਨ ਰੂਪੀ ਥਾਲ ਹੈ, ਰਵ ਚੰਦ ਦੀਪਕ ਬਣੇ। ਰਵੀ ਜਿਹੜਾ ਸੂਰਜ ਅਤੇ ਚੰਦ ਜਿਹੜਾ ਚੰਦਰਮਾ, ਇਹ ਦੀਪਕ ਬਣੇ। ਇਹ ਦੀਪਕ ਜਿਹੜੇ ਦੀਵੇ ਹਨ ਨਾ ਥਾਲੀ ਵਿੱਚ ਰੱਖੇ ਜਾਂਦੇ ਆਰਤੀ ਕਰਨ ਵੇਲੇ, ਸਤਿਗੁਰੂ ਫਰਮਾਉਂਦੇ ਕਿ ਇਹ ਦੋਵੇਂ ਜਿਹੜੇ ਉਸ ਥਾਲ ਦੇ ਅੰਦਰ ਇਹ ਦੀਵੇ ਜਗ ਰਹੇ ਹਨ। ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰੂ ਜੀ ਫਿਰ ਆਰਤੀ ਕਰਨ ਵੇਲੇ ਜਿਹੜੇ ਮੋਤੀ ਭੇਟ ਕਰੀਦੇ ਹਨ ਥਾਲ ਵਿੱਚ ਰੱਖ ਕਰਕੇ, ਤੇ ਉਹ ਕਿਹੜੇ ਹਨ? ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਤਾਰਕਾ ਮੰਡਲ ਜਨਕ ਮੋਤੀ, ਜਿਹੜਾ ਤਾਰਿਆਂ ਦਾ ਮੰਡਲ ਸਮੂਹ ਹੈ ਨਾ ਅਸਮਾਨ ਦੇ ਅੰਦਰ ਜਿਹੜੇ ਤਾਰੇ ਹਨ, ਜਨਕ ਮੋਤੀ। ਇਹ ਜਾਣੋ ਵੀ ਇਹ ਮੋਤੀ ਹਨ, ਜਨਕ ਭਾਵ ਜਾਣੋ ਵੀ ਇਹ ਜਿਹੜੇ ਮੋਤੀ ਹਨ ਨਾ, ਇਹ ਜਿਹੜੇ ਤਾਰੇ ਹਨ ਇਹੀ ਮੋਤੀ ਹਨ ਉਸ ਥਾਲ ਦੇ ਅੰਦਰ ਰੱਖੇ ਹੋਏ, ਅਥਵਾ ਜਨਕ ਤੋਂ ਭਾਵ ਜੜੇ ਹੋਏ। ਇਹ ਜਿਹੜੇ ਤਾਰੇ ਹਨ ਅਸਮਾਨ ਦੇ ਅੰਦਰ, ਇਹ ਮਾਨੋ ਕਿ ਤਾਰੇ ਹਨ ਜਿਹੜੇ ਇਹ ਮੋਤੀਆਂ ਦੀ ਨਿਆਈ ਜੜੇ ਹੋਏ ਹਨ ਉਸ ਥਾਲ ਦੇ ਅੰਦਰ, ਜਿਹੜਾ ਗਗਨ ਰੂਪੀ ਥਾਲ ਹੈ, ਜਿਸ ਦੇ ਅੰਦਰ ਸੂਰਜ ਤੇ ਚੰਦਰਮਾ ਦੋ ਦੀਵੇ ਬਲ ਰਹੇ ਹਨ, ਤੇ ਜਿਹੜੇ ਤਾਰਿਆਂ ਦਾ ਮੰਡਲ ਸਮੂਹ ਹੈ ਇਹ ਮਾਨੋ ਕਿ ਇਹ ਮੋਤੀ ਹਨ ਉਸ ਥਾਲ ਦੇ ਅੰਦਰ।
ਧੂਪ ਮਲਿਆਨ ਲੋ। ਧੂਪ ਮਲਾਣ ਦੋ। ਸਤਿਗੁਰੂ ਫਿਰ ਆਰਤੀ ਕਰਨ ਵੇਲੇ ਜਿਹੜੀ ਧੂਪ ਦਿਖਾਈ ਜਾਂਦੀ ਹੈ ਨਾ ਖੁਸ਼ਬੂ ਵਾਸਤੇ, ਉਹ ਫਿਰ ਕਿਹੜੀ ਹੈ? ਧੂਪ। ਬਖਸ਼ਿਸ਼ ਕਰਦੇ ਹਨ ਸਤਿਗੁਰੂ, ਧੂਪ ਮਲਾਣ ਲੋ। ਜਿਹੜਾ ਮਲਿਆਗਰ ਪਹਾੜ ਹੈ ਨਾ, ਚੰਦਨ ਦਾ ਪਹਾੜ, ਜਿਹੜਾ ਖੁਸ਼ਬੂਦਾਰ ਪਹਾੜ ਹੈ, ਉਸ ਤੋਂ ਜਿਹੜੀ ਫਿਰ ਖੁਸ਼ਬੂ ਨਿਕਲ ਰਹੀ ਹੈ, ਉਹ ਸਤਿਗੁਰੂ ਕਹਿੰਦੇ ਕਿ ਧੂਪ ਦੀ ਨਿਆਈ ਹੈ। ਅਥਵਾ ਆਨ ਲੋ, ਜਿਹੜੀ ਅੱਗ ਹੈ, ਜਿਸ ਸਮੇਂ ਜੰਗਲ ਦੇ ਅੰਦਰ ਵਾਂਸ ਦੇ ਖਹਿਣ ਦੇ ਨਾਲ ਜਿਹੜੀ ਜੰਗਲ ਦੇ ਅੰਦਰ ਡੌਂ ਅਗਨੀ ਲੱਗਦੀ ਹੈ, ਉਸ ਨੂੰ ਸਤਿਗੁਰੂ ਕਹਿੰਦੇ ਫਿਰ ਉਹ ਜਿਸ ਸਮੇਂ ਚੰਦਨ ਦੇ ਰੁੱਖਾਂ ਨੂੰ ਉਹ ਸਾੜਦੀ ਹੈ, ਉਸ ਦੇ ਵਿੱਚੋਂ ਫਿਰ ਜਿਹੜੀ ਚੰਦਨ ਦੇ ਸੜਨ ਦੇ ਨਾਲ ਜਿਹੜੀ ਖੁਸ਼ਬੂ ਨਿਕਲਦੀ ਹੈ ਨਾ, ਧੂਪ ਮਲਾਣ ਲੋ। ਉਹ ਜਿਹੜੀ ਮਲਾਣ ਲੋ ਅੱਗ ਹੈ, ਧੂਪ ਧੁਖ ਰਹੀ ਹੈ, ਚੰਦਨ ਧੁਖ ਰਹੀ ਹੈ, ਡੌ ਅਗਨੀ ਜੰਗਲ ਦੇ ਵਿੱਚ ਅਗਨੀ ਜਿਹੜੀ ਲੱਗੀ ਹੋਈ ਹੈ, ਉਹ ਇਸ ਪ੍ਰਕਾਰ ਇਹ ਧੂਪ ਦੀ ਨਿਆਈ ਸੋਭ ਰਹੀ ਹੈ ਥਾਲ ਦੇ ਅੰਦਰ। ਗਗਨ ਰੂਪੀ ਥਾਲ, ਸੂਰਜ ਚੰਦਰਮਾ ਦੋ ਦੀਵੇ, ਤਾਰੇ ਹਨ ਜਿਹੜੇ ਉਹ ਮੋਤੀ, ਤੇ ਜਿਹੜੀ ਇਹ ਧੂਪ ਦਿਖਾਉਣੀ ਹੈ, ਇਹ ਸਤਿਗੁਰ ਫਰਮਾ ਰਹੇ ਹਨ ਕਿ ਇਹ ਸ੍ਰਿਸ਼ਟੀ ਆਪ ਹੀ ਧੂਪ ਦਿਖਾ ਰਹੀ ਹੈ। ਪਵਨ ਚਵਰੋ ਕਰੇ। ਸਤਿਗੁਰੂ ਜੀ ਫਿਰ ਇਹ ਚੌਰ ਸਾਹਿਬ ਵੀ ਕੀਤਾ ਜਾਂਦਾ ਹੈ। ਅਸੀਂ ਆਪਣੀ ਦੇਵੀ ਦੇਵਤਿਆਂ ਤੇ ਚੌਰ ਕਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਚੌਰ ਕੀਤਾ ਜਾਂਦਾ ਹੈ, ਤੇ ਸਤਿਗੁਰਾਂ ਨੂੰ ਪ੍ਰਸ਼ਨ ਕੀਤਾ ਕਿ ਫਿਰ ਇਹ ਚੌਰ, ਫਿਰ ਸ੍ਰਿਸ਼ਟੀ ਅੰਦਰ ਚੌਰ ਕਿਹੜਾ ਹੋ ਰਿਹਾ ਹੈ? ਸਤਿਗੁਰਾਂ ਨੇ ਫਰਮਾਇਆ ਪਵਨ ਚਵਰੋ ਕਰੇ। ਜਿਹੜੀ ਪਵਨ ਹਵਾ ਹੈ ਨਾ, ਇਹ ਜਿਸ ਸਮੇਂ ਹਵਾ ਚੱਲਦੀ ਹੈ, ਫਿਰ ਜਿਹੜੀ ਬਨਸਪਤੀ ਰੁੱਖ ਆਦਿਕ ਹਨ, ਇਹ ਜਿਸ ਸਮੇਂ ਝੂਲਦੇ ਹਨ, ਇਹ ਸਤਿਗੁਰੂ ਕਹਿੰਦੇ ਵੀ ਇਹ ਚਵਰ ਹੋ ਰਿਹਾ ਹੈ। ਕਿਸੇ ਮੌਕੇ ਆਪਾਂ ਵੀ ਹਵਾ ਚੱਲਦੀ ਹੋਈ ਦੇ ਥੱਲੇ, ਰੁੱਖ ਦੇ ਥੱਲੇ ਜੇਕਰ ਖੜੇ ਹੋਏ ਤੇ ਰੁੱਖ ਐ ਝੂਲਦਾ ਹੁੰਦਾ ਹੈ, ਐ ਪ੍ਰਤੀਤ ਹੁੰਦਾ ਕਿ ਜਿਵੇਂ ਚੌਰ ਹੋ ਰਿਹਾ ਹੋਵੇ ਉਸ ਪਰਮੇਸ਼ਰ ਦੇ ਉੱਪਰ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਪਵਨ ਚਵਰੋ ਕਰੇ। ਪਵਨ ਹਵਾ ਚੱਲਣ ਦੇ ਨਾਲ ਜਿਹੜੇ ਰੁੱਖ ਹਨ ਉਹ ਹਿੱਲਦੇ ਹਨ ਜ਼ੋਰ ਜ਼ੋਰ ਦੇ ਨਾਲ, ਇਹ ਮਾਨੋ ਪਰਮੇਸ਼ਰ ਦੇ ਉੱਪਰ ਚੌਰ ਕਰ ਰਹੇ ਹਨ। ਸਗਲ ਬਨ ਰਾਏ ਫੁਲੰਤ ਜੋਤੀ। ਤੇ ਫੁੱਲ ਫਿਰ ਸਤਿਗੁਰੂ ਜੀ ਬਖਸ਼ਿਸ਼ ਕਰੋ, ਜਿਹੜੇ ਫੁੱਲ ਭੇਟ ਕਰਨੇ ਹਨ, ਫੁੱਲਾਂ ਦੀ ਵਰਖਾ ਆਦਿਕ ਕਰਨੀ ਹੈ, ਉਹ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਤੇ ਕਿਵੇਂ ਹੋ ਰਹੀ ਹੈ? ਸਤਿਗੁਰੂ ਫਰਮਾਉਂਦੇ ਸਗਲ ਬਨ ਰਾਏ, ਜਿਹੜੀ ਸਗਲੀ ਸਾਰੀ ਬਨਸਪਤੀ ਹੈ, 18 ਭਾਰ ਬਨਸਪਤੀ ਮੰਨੀ ਗਈ ਹੈ, ਫੁਲੰਤ ਜੋਤੀ। ਇਹ ਫੁੱਲਾਂ ਦੀ ਨਿਆਈ ਉਸ ਥਾਲ ਦੇ ਅੰਦਰ ਅਥਵਾ ਫੁੱਲਾਂ ਦੀ ਨਿਆਈ ਵਰਖਾ ਕਰ ਰਹੀ ਹੈ ਪਰਮੇਸ਼ਰ ਤੇ, ਇਹ ਸੋਭ ਰਹੀ ਹੈ ਇਸ ਆਰਤੀ ਦੇ ਅੰਦਰ। ਸਗਲ ਬਨਰਾਏ, ਜਿਹੜੀ ਸਾਰੀ ਬਨਸਪਤੀ ਹੈ, ਫੁਲੰਤ ਜੋਤੀ ਹੈ, ਜੋਤੀ ਸਰੂਪ ਪਰਮੇਸ਼ਰ ਫੁਲੰਤ, ਇਹ ਸੋਭ ਰਹੀ ਹੈ ਤੁਹਾਡੇ ਉੱਪਰ। ਕੈਸੀ ਆਰਤੀ ਹੋਏ। ਕੈਸੀ ਆਰਤੀ ਹੋਏ। ਇਹ ਪੰਡਿਓ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ, ਕੈਸੀ ਆਰਤੀ, ਜਿਹੜੀ ਤੁਸੀਂ ਨਿੱਕੇ ਨਿੱਕੇ ਥਾਲਾਂ ਦੇ ਨਾਲ, ਨਿੱਕੇ ਨਿੱਕੇ ਦੀਵਿਆਂ ਦੇ ਨਾਲ ਤੁਸੀਂ ਪਰਮੇਸ਼ਰ ਦੀ ਆਰਤੀ ਕਰਨਾ ਚਾਹੁੰਦੇ ਹੋ, ਕੈਸੀ ਆਰਤੀ ਹੋਏ। ਇਹ ਕਿਸ ਪ੍ਰਕਾਰ ਪਰਮੇਸ਼ਰ ਦੀ ਆਰਤੀ ਹੋ ਸਕਦੀ ਹੈ? ਪਰਮੇਸ਼ਰ ਦਾ ਇਤਨਾ ਵਿਰਾਟ ਸਰੂਪ ਹੈ। अथवा कैसी आरती होए हे परमेश्वर, ये कितनी आश्चर्य तेरी आरती हो रही है, ये कायनात सारी है परमेश्वर, आश्चर्य तेरी कैसी आरती होए, कैसी आश्चर्य आरती कर रही है। भाव खंडना तेरी आरती। भाव खंडना, भाव ਜਿਹੜਾ ਜਨਮ ਮਰਨ ਦਾ ਭਾਵ ਹੈ ਨਾ, ਡਰ ਖੰਡਣਾ, ਉਸ ਨੂੰ ਨਾਸ ਕਰਨ ਵਾਲੇ ਹੈ ਪਰਮੇਸ਼ਰ, ਤੇਰੀ ਆਰਤੀ, ਇਹ ਤੇਰੀ ਆਰਤੀ ਹੀ ਹੋ ਰਹੀ ਹੈ। ਅਥਵਾ ਸਤਿਗੁਰੂ ਬਖਸ਼ਿਸ਼ ਕਰੋ ਕਿ ਹੋਰ ਪਰਮੇਸ਼ਰ ਦੀ ਆਰਤੀ ਕਿਵੇਂ ਕਰੀਏ। ਭਾਵ ਖੰਡਣਾ, ਕਿ ਭਾਵ ਖੰਡਣਾ, ਉਹ ਪਰਮੇਸ਼ਰ ਭਾਵ ਖੰਡਣ ਨਾਸ ਕਰਨ ਦੇ ਸਮਰੱਥ, ਤੇ ਉਸ ਦਾ ਇਸ ਪ੍ਰਕਾਰ ਉਸ ਦੇ ਸੋਹਲੇ ਗਾਉਣੇ ਕਿ ਹੇ ਪਰਮੇਸ਼ਰ ਤੁਸੀਂ ਭਾਵ ਖੰਡਣ ਹੋ, ਸਾਡੇ ਤੇ ਵੀ ਕਿਰਪਾ ਕਰ ਦਿਓ। ਇਸ ਪ੍ਰਕਾਰ ਬੇਨਤੀਆਂ ਕਰਨੀਆਂ, ਸਤਿਗੁਰਾਂ ਦੇ ਸੋਹਲੇ ਗਾਉਣੇ, ਤੇਰੀ ਆਰਤੀ, ਇਹੀ ਪਰਮੇਸ਼ਰ ਦੀ ਆਰਤੀ ਹੈ। ਪਰਮੇਸ਼ਰ ਦੀ ਉਸਤਤੀ ਕਰਨੀ ਹੀ ਸਤਿਗੁਰੂ ਬਖਸ਼ਿਸ਼ ਕਰਦੇ ਕਿ ਉਸ ਦੀ ਆਰਤੀ ਕਰਨੀ ਹੈ। ਆਰਤੀ ਤੋਂ ਭਾਵ ਆਰਤੀ, ਕਿ ਜਿਸ ਨੂੰ ਗਾਉਣ ਦੇ ਨਾਲ ਉਸ ਪਰਮੇਸ਼ਰ ਦੇ ਰੰਗ ਵਿੱਚ ਰਤੇ ਜਾਈਏ, ਉਹ ਸੋ ਕਹੀ ਹੈ ਆਰਤੀ, ਕਿ ਆਰਤੀ ਪਰਮੇਸ਼ਰ ਦੀ ਉਹੀ ਹੈ। ਭਾਵ ਖੰਡਣਾ, ਕਿ ਉਸ ਦੇ ਭਾਵ ਖੰਡਣ ਪਰਮੇਸ਼ਰ ਤੁਸੀਂ ਹੋ, ਪਰਮੇਸ਼ਰ ਦੇ ਸੋਹਲੇ ਗਾਉਣੇ ਹੀ ਆਰਤੀ ਹੈ। ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਆਰਤੀ ਜਿਹੜੀ ਕਾਇਨਾਤ ਸਾਰੀ ਹੀ ਕਰ ਰਹੀ ਹੈ। ਅਨਹਤਾ ਸ਼ਬਦ ਵਜੰਤ ਭੇਰੀ। ਫਿਰ ਸਤਿਗੁਰੂ ਜੀ ਜਿਹੜੇ ਆਰਤੀ ਕਰਨ ਵੇਲੇ ਫਿਰ ਭੇਰੀਆਂ ਵੀ ਵੱਜਦੀਆਂ ਹਨ ਨਾ, ਜਿਹੜੇ ਧੁਨੀਆਂ ਉੱਠਦੀਆਂ ਹਨ, ਉਹ ਕਿਹੜੀਆਂ ਭੇਰੀਆਂ ਵੱਜ ਰਹੀਆਂ ਹਨ ਫਿਰ ਜਿਹੜੀ ਆਰਤੀ ਤੁਸੀਂ ਦੱਸੀ ਹੈ। ਅਨਹਤਾ ਸ਼ਬਦ, ਸਤਿਗੁਰੂ ਕਹਿੰਦੇ ਜਿਹੜਾ ਅਨਹਤ ਨਾਦ ਵੱਜ ਰਿਹਾ ਹੈ, ਨਾਸ ਤੋਂ ਰਹਿਤ ਜਿਹੜਾ ਸ਼ਬਦ ਵੱਜ ਰਿਹਾ ਹੈ ਨਾ, ਅਨਹਤ ਸ਼ਬਦ, ਇਹ ਜਿਹੜਾ ਸ਼ਬਦ ਹੈ ਅਨਹਤ ਵਾਜੰਤ ਭੇਰੀ, ਇਹੀ ਹੈ ਜੋ ਭਾਈ, ਭੇਰੀਆਂ ਵੱਜ ਰਹੀਆਂ ਹਨ ਸਤਿਗੁਰਾਂ ਦੀ ਆਰਤੀ ਦੇ ਅੰਦਰ।
ਸਹੈਸ ਰਹਾਉ ਵਿਸਰਾਮ ਰਹਾਉ ਦੇ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਹੈਸ ਧਵ ਨੈਣ ਨਨ ਨੈਣ ਹੈ ਤੋਹੇ। ਤੋਹੇ ਕਹੋ ਸਹਿਸ ਤਵ ਨੈਣ, ਹੇ ਪਰਮੇਸ਼ਰ ਤੁਹਾਡੇ ਜਿਹੜੇ ਸਹਿਸ ਹਜ਼ਾਰਾਂ ਹੀ ਜਿਹੜੇ ਨੈਣ ਤੁਹਾਡੇ ਨੇਤਰ ਹਨ, ਜਿਹੜੇ ਸਰਗੁਣ ਸਰੂਪ ਦੇ ਹੈ ਪਰਮੇਸ਼ਰ ਤੁਹਾਡੇ ਸਹਿਸ ਹਜ਼ਾਰਾਂ ਹੀ ਨੇਤਰ ਹਨ। ਸਹੈਸ ਮੂਰਤ ਨਨ ਏਕ ਤੋਹੀ, ਨਨ ਏਕ ਤੋਹੀ ਭਾਵ ਨਹੀਂ ਹੈ ਨੈਣ ਤੁਹਾਡੇ ਨੇਤਰ ਏਕ ਤੋਹੀ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਤੁਹਾਡੇ ਹੈ ਪਰਮੇਸ਼ਰ ਨਨ ਨੈਣ ਹੈ ਨਹੀਂ ਹੈਗੇ, ਤੋਹੇ ਕਹੋ ਤੁਹਾਡਾ ਕੋਈ ਵੀ ਨੇਤਰ ਨਹੀਂ ਹੈਗਾ ਨਿਰਗੁਣ ਸਰੂਪ ਦਾ। ਇਸ ਪੰਕਤੀ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜੋ ਪਰਮੇਸ਼ਰ ਦਾ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਹੈ, ਉਸ ਦੇ ਜੋ ਸਹਿਸ ਤਵ ਨੈਣ ਹਜ਼ਾਰਾਂ ਹੀ ਨੇਤਰ ਹਨ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਅੰਦਰ। ਸਾਰੇ ਜੀਵਾਂ ਦੇ ਜਿਹੜੇ ਨੇਤਰ ਹਨ ਉਹ ਪਰਮੇਸ਼ਰ ਦੇ ਹੀ ਨੇਤਰ ਹਨ। ਇਸ ਪ੍ਰਕਾਰ ਇਸ ਤਰੀਕੇ ਦੇ ਨਾਲ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਨੇਤਰ ਪਰਮੇਸ਼ਰ ਨੇ ਪੈਦਾ ਕਰ ਦਿੱਤੇ, ਅੱਖਾਂ ਬਣਾ ਦਿੱਤੀਆਂ, ਇਹ ਪਰਮੇਸ਼ਰ ਦੀਆਂ ਅੱਖਾਂ ਇਸ ਪ੍ਰਕਾਰ ਹਜ਼ਾਰਾਂ ਹੀ ਅੱਖਾਂ ਹਨ ਇਸ ਸਰਗੁਣ ਸਰੂਪ ਦੀਆਂ। ਤੇ ਨਿਰਗੁਣ ਸਰੂਪ ਦੇ ਫਿਰ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨਨ ਨੈਣ ਹੈ ਤੁਹਾਡਾ ਨਹੀਂ ਹੈਗਾ ਨੇਤਰ, ਅੱਖਾਂ ਜਿਹੜੀਆਂ ਤੁਹਾਡੀਆਂ ਨਹੀਂ ਹੈਗੀਆਂ, ਤੋਹੇ ਕਹੋ ਤੁਹਾਡੇ ਇਹ ਪਰਮੇਸ਼ਰ ਇਹ ਜਿਹੜਾ ਨਿਰਗੁਣ ਸਰੂਪ ਹੈ ਤੁਹਾਡਾ, ਉਸ ਦਾ ਕੋਈ ਵੀ ਨੇਤਰ ਨਹੀਂ ਹੈ। ਸਹੈਸ ਮੂਰਤ ਸਹਿਸ ਮੂਰਤ ਤੁਹਾਡੀਆਂ ਇਹ ਪਰਮੇਸ਼ਰ ਹਜ਼ਾਰਾਂ ਹੀ ਮੂਰਤੀਆਂ ਹਨ। ਪਰਮੇਸ਼ਰ ਨੇ ਇਹ ਘਾੜਤ ਘੜ ਦਿੱਤੀ ਨਾ, ਜਿਸ ਪ੍ਰਕਾਰ ਮੂਰਤੀਕਾਰ ਮੂਰਤੀ ਬਣਾ ਕਰਕੇ ਤੇ ਉਸ ਤੋਂ ਵੱਖਰਾ ਹੋ ਜਾਂਦਾ ਹੈ, ਉਸ ਦੇ ਨਾਲ ਨਹੀਂ, ਉਸ ਦੇ ਵਿੱਚ ਨਹੀਂ। ਪਰ ਜਿਹੜਾ ਪਰਮੇਸ਼ਰ ਨੇ ਇਹ ਮੂਰਤੀਆਂ ਬਣਾ ਦਿੱਤੀਆਂ ਨਾ, ਇਹ ਸ੍ਰਿਸ਼ਟੀ ਦੇ ਅੰਦਰ ਜਿਹੜੇ ਜੀਵ ਪੈਦਾ ਕਰ ਦਿੱਤੇ, ਇਹ ਪਰਮੇਸ਼ਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਪਰਮੇਸ਼ਰ ਘਟ ਘਟ ਦੇ ਅੰਦਰ ਹਰੇਕ ਸਰੀਰ ਦੇ ਅੰਦਰ ਹਰੇਕ ਮੂਰਤੀ ਦੇ ਅੰਦਰ ਪਰਮੇਸ਼ਰ ਵਸ ਰਿਹਾ ਹੈ। ਇਹ ਜਿਹੜੀ ਮੂਰਤੀ ਸਰੀਰ ਪਰਮੇਸ਼ਰ ਨੇ ਪੈਦਾ ਕਰ ਦਿੱਤਾ ਸਹਿਸ ਮੂਰਤ, ਇਸ ਪ੍ਰਕਾਰ ਕਰਕੇ ਉਸ ਪਰਮੇਸ਼ਰ ਦੀਆਂ ਸਹਿਸ ਹਜ਼ਾਰਾਂ ਹੀ ਮੂਰਤੀਆਂ ਹਨ। ਨਨਾ ਏਕ ਤੋਹੀ ਨਨਾ ਨਹੀਂ ਹੈਗੀਆਂ ਏਕ ਤੋਹੀ, ਤੇਰੀ ਹੈ ਪਰਮੇਸ਼ਰ ਮੂਰਤੀ ਕੋਈ ਮੂਰਤੀ ਨਹੀਂ ਹੈ ਆਪ ਜੀ ਦੀ ਨਿਰਗੁਣ ਸਰੂਪ ਦੇ ਅੰਦਰ। ਸਰਗੁਣ ਸਰੂਪ ਦੇ ਅੰਦਰ ਤਾਂ ਪਰਮੇਸ਼ਰ ਦੀਆਂ ਸਾਰੀਆਂ ਜੋ ਦਿਖ ਰਹੀਆਂ ਹਨ ਸਾਰੀਆਂ ਮੂਰਤੀਆਂ ਪਰਮੇਸ਼ਰ ਦੀਆਂ ਹੀ ਹਨ। ਨਨਾ ਏਕ ਤੋਹੀ, ਪਰ ਤੁਹਾਡੀ ਜਿਹੜੀ ਨਿਰਗੁਣ ਸਰੂਪ ਪਰਮੇਸ਼ਰ ਦੀ ਜਿਹੜੀ ਮੂਰਤੀ ਹੈ ਉਹ ਕੋਈ ਮੂਰਤ ਨਹੀਂ ਹੈ। ਸਹੈਸ ਪਦ ਬਿਮਲ ਸਹਿਸ ਪਦ ਜਿਹੜੇ ਚਰਨ ਹਨ ਇਹ ਪਰਮੇਸ਼ਰ ਤੁਹਾਡੇ ਸਹਿਸ ਹਜ਼ਾਰਾਂ ਹੀ ਹਨ। ਬਿਮਲ ਜਿਹੜੇ ਉੱਜਲ ਚਰਨ ਹਨ ਜਿਨ੍ਹਾਂ ਨਾਲ ਲੱਗ ਕਰਕੇ ਤੇ ਸਾਰੀ ਸ੍ਰਿਸ਼ਟੀ ਤਰ ਰਹੀ ਹੈ ਤੁਹਾਡੇ ਚਰਨਾਂ ਦੇ ਨਾਲ, ਤੁਹਾਡੀ ਚਰਨ ਧੂੜ ਦੇ ਨਾਲ ਲੱਗ ਕੇ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਆਪਣਾ ਉਧਾਰ ਕਰਵਾ ਰਹੀ ਹੈ। ਐਸੇ ਸਹਿਸ ਪਦ ਬਿਮਲ, ਐਸੇ ਜਿਹੜੇ ਉੱਜਲ ਤੁਹਾਡੇ ਚਰਨ ਹਨ ਨਾ ਉਹ ਹਜ਼ਾਰਾਂ ਹੀ ਹਨ ਇਸ ਸਰਗੁਣ ਸਰੂਪ ਦੇ ਅੰਦਰ। ਨਨ ਏਕ ਪਦ ਨਨ ਏਕ ਪਦ, ਨਨ ਭਾਵ ਨਹੀਂ ਹੈ, ਇੱਕ ਵੀ ਆਪ ਜੀ ਦਾ ਚਰਨ ਨਹੀਂ ਹੈ ਉਸ ਨਿਰਗੁਣ ਸਰੂਪ ਦੇ ਅੰਦਰ। ਐਸਾ ਹੀ ਅਚਰਜ ਪਰਮੇਸ਼ਰ ਹੈ। ਗੰਧ ਬਿਨ ਗੰਧ ਬਿਨ ਸਹਿਸ ਤਵ ਗੰਧ, ਕਿ ਗੰਧ ਭਾਵ ਜਿਹੜੀਆਂ ਗੰਧ ਸੁਗੰਧੀ ਪ੍ਰਾਪਤ ਕਰਨ ਵਾਲੀਆਂ ਜਿਹੜੀਆਂ ਨਾਸਾਂ ਹੁੰਦੀਆਂ ਹਨ, ਗੰਧ ਬਿਨ ਕਿ ਉਸ ਪਰਮੇਸ਼ਰ ਦੀ ਕੋਈ ਨਾਸਕਾ ਵੀ ਨਹੀਂ ਹੈ। ਸਹਿਸ ਤਵ ਗੰਧ, ਪਰ ਉਸ ਪਰਮੇਸ਼ਰ ਦੀਆਂ ਜਿਤਨੀਆਂ ਵੀ ਇਹ ਨਾਸਕਾਂ ਹਨ ਸਵਾਸ ਲੈਣ ਵਾਲੀਆਂ ਹਜ਼ਾਰਾਂ ਹੀ ਹਨ ਇਸ ਸ੍ਰਿਸ਼ਟੀ ਦੇ ਅੰਦਰ ਜਿਹੜੀਆਂ ਪਰਮੇਸ਼ਰ ਨੇ ਪੈਦਾ ਕਰ ਦਿੱਤੀਆਂ, ਇਹ ਪਰਮੇਸ਼ਰ ਦੀਆਂ ਹੀ ਜਿਹੜੀਆਂ ਨਾਸਕਾਂ ਹਨ। ਸਹਿਸ ਤਵ ਗੰਧ ਹਜ਼ਾਰਾਂ ਹੀ ਹਨ। ਇਵ ਚਲਤ ਮੋਹੀ, ਅਜਿਹਾ ਜਿਹੜਾ ਪਰਮੇਸ਼ਰ ਦਾ ਚਲਤ ਹੈ ਨਾ ਕੌਤਕ ਮੋਹੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਇਹ ਸਾਨੂੰ ਜਿਹੜਾ ਚਲਤ ਹੈ ਤੁਹਾਡਾ, ਇਹ ਸਾਨੂੰ ਮੋਹ ਰਿਹਾ ਹੈ, ਸਾਡੇ ਮਨ ਨੂੰ ਮੋਹਿਤ ਕਰ ਰਿਹਾ ਹੈ। ਕਿ ਇਹ ਪਰਮੇਸ਼ਰ ਤੁਹਾਡੀਆਂ ਲੱਖਾਂ ਹੀ ਨੇਤਰ ਅੱਖਾਂ ਹਨ ਹਜ਼ਾਰਾਂ ਹੀ, ਪਰ ਤੁਹਾਡਾ ਇੱਕ ਵੀ ਨੇਤਰ ਨਹੀਂ ਹੈ। ਕਿਉਂ? ਕਿਉਂਕਿ ਜਿਹੜਾ ਤੁਹਾਡਾ ਸਰੂਪ ਹੀ ਹੈ ਨਹੀਂ ਹੈ, ਜਿਹੜੇ ਸਰੂਪ ਹੀ ਤੁਹਾਡਾ ਕੋਈ ਨਹੀਂ ਹੈ ਨਿਰਗੁਣ ਸਰੂਪ ਦਾ। ਸਹਿਸ ਮੂਰਤ ਨਨਾ ਏਕ ਤੋਹੀ, ਤੁਹਾਡੀ ਕੋਈ ਮੂਰਤੀ ਨਹੀਂ। ਨਨਾ ਏਕ ਤੋਹੀ, ਤੁਹਾਡਾ ਹੀ ਇੱਕ ਵੀ ਮੂਰਤੀ ਨਹੀਂ। ਸਹਿਸ ਮੂਰਤ ਜਿਹੜੀਆਂ ਸਾਰੀਆਂ ਮੂਰਤਾਂ ਹਨ ਇਸ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਤੁਹਾਡੀਆਂ ਹੀ ਹਨ। ਇਸ ਕਾਰਨ ਕਰਕੇ ਜਿਹੜੇ ਪਰਮੇਸ਼ਰ ਦੇ ਪਦ ਹਨ ਉਹ ਹਜ਼ਾਰਾਂ ਹੀ ਹਨ। ਹਜ਼ਾਰਾਂ ਮੂਰਤੀਆਂ ਹੋਣ ਕਰਕੇ ਜਿਹੜੇ ਪਰਮੇਸ਼ਰ ਦੇ ਪਦ ਚਰਨ ਹਨ ਉਹ ਵੀ ਹਜ਼ਾਰਾਂ ਹੀ ਹਨ, ਪਰ ਮੂਰਤੀ ਨਾ ਹੋਣ ਕਰਕੇ ਪਰਮੇਸ਼ਰ ਦੀ ਉਸ ਦਾ ਇੱਕ ਵੀ ਚਰਨ ਨਹੀਂ ਹੈ। ਗੰਧ ਬਿਨ ਸਹਿਸ ਤਵ ਗੰਧ, ਪਰਮੇਸ਼ਰ ਨਾਸਕਾਂ ਤੋਂ ਬਿਨਾਂ ਹੈ, ਪਰ ਉਹ ਪਰਮੇਸ਼ਰ ਹਜ਼ਾਰਾਂ ਮੂਰਤੀਆਂ ਹੋਣ ਕਰਕੇ ਤੇ ਉਸ ਦੀਆਂ ਹਜ਼ਾਰਾਂ ਹੀ ਨਾਸਕਾਂ ਹਨ।
ਤੇ ਇਹ ਜਿਹੜਾ ਚਲਤ ਹੈ ਨਾ, ਇਹ ਪਰਮੇਸ਼ਰ ਇਹ ਵਚਲਤ, ਜਿਹੜਾ ਇਹ ਤੁਹਾਡਾ ਚਲਤ ਹੈ, ਖੇਡ ਹੈ, ਅਨੇਕ ਹੈ ਫਿਰ ਏਕ ਹੈ ਵਾਲਾ, ਕਿ ਉਹ ਅਨੇਕਾਂ ਦੇ ਵਿੱਚ ਹੁੰਦਾ ਹੈ ਵੀ ਉਹ ਪਰਮੇਸ਼ਰ ਇੱਕ ਹੈ। ਮੋਹੀ ਇਹ ਸਾਨੂੰ ਮੋਹਿਤ ਕਰ ਰਿਹਾ ਹੈ। ਬੜਾ ਅਚਰਜ ਜਿਹੜਾ ਕੌਤਕ ਹੈ ਤੁਹਾਡਾ। ਸਭ ਮਹਿ ਜੋਤ ਜੋਤ ਹੈ ਸੋਏ। ਸਭ ਮਹਿ ਜੋਤ, ਜਿਹੜੀ ਪਰਮੇਸ਼ਰ ਤੁਹਾਡੀ ਜੋਤੀ ਹੈ ਨਾ, ਇਹ ਸਾਰਿਆਂ ਦੇ ਅੰਦਰ ਜੋਤ ਹੈ ਸੋਏ, ਜਿਹੜੀ ਸਾਰਿਆਂ ਦੀ ਜੋਤ ਹੈ, ਆਤਮਾ ਹੈ, ਉਸ ਦੇ ਅੰਦਰ ਪਰਮੇਸ਼ਰ ਤੁਹਾਡੀ ਹੀ ਜੋਤ ਜਗ ਰਹੀ ਹੈ। ਅਥਵਾ ਇਸ ਪ੍ਰਕਾਰ ਜਿਹੜਾ ਪਾਂਡਿਆਂ ਨੇ ਪ੍ਰਸ਼ਨ ਕੀਤਾ ਕਿ ਜਿਹੜੀ ਵਿੱਚ ਜੋਤ ਜਗਾਉਣੀ ਹੈ ਥਾਲ, ਆਰਤੀ ਵਾਲੇ ਥਾਲ ਦੇ ਅੰਦਰ, ਉਹ ਕਿਹੜੀ ਜੋਤ ਜਗਾਉਣੀ ਹੈ, ਕਿਹੜੀ ਹੈ ਜੋਤ? ਸਤਿਗੁਰਾਂ ਨੇ ਫਰਮਾਇਆ ਸਭ ਮਹਿ ਜੋਤ ਜੋਤ ਹੈ ਸੋਏ, ਜਿਹੜੀ ਪਰਮੇਸ਼ਰ ਦੀ ਜੋਤ ਹੈ ਨਾ, ਇਹੀ ਉਸ ਥਾਲ ਦੇ ਅੰਦਰ ਜਿਹੜੀ ਜੋਤ ਹੈ ਅਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਜਿਹੜੀ ਜੋਤ। ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਉਸ ਜਿਵੇਂ ਪਾਂਡਾ ਫਿਰ ਇੱਕ ਦੀਵੇ ਤੋਂ ਸਾਰੇ ਦੀਵੇ ਜਗਾ ਦਿੰਦਾ ਹੈ ਜੋਤ ਵਾਲੇ, ਤੇ ਸਤਿਗੁਰੂ ਫਰਮਾਉਂਦੇ ਵੀ ਤਿਸਦੈ ਚਾਨਣ, ਪਰਮੇਸ਼ਰ ਦੀ ਜੋਤ ਤੋਂ ਸਭ ਮਹਿ ਚਾਨਣ ਹੋਏ। ਇਹ ਜਿਹੜੇ ਸਾਰੇ ਸਰੀਰਾਂ ਦੇ ਅੰਦਰ ਚਾਨਣ ਹੋ ਗਿਆ, ਸਾਰੇ ਸਰੀਰਾਂ ਨੂੰ ਜੋਤ ਮਿਲ ਗਈ, ਇਹਨਾਂ ਦੇ ਵਿੱਚ ਸੱਤਾ ਫੂਕੀ ਗਈ। ਤਿਸਦੈ ਚਾਨਣ, ਉਸ ਦੇ ਚਾਨਣ ਤੋਂ ਹੀ ਇਹ ਚਾਨਣ ਪੈਦਾ ਹੋ ਗਿਆ, ਉਸ ਦੀ ਜੋਤ ਤੋਂ ਹੀ, ਕਿਉਂਕਿ ਪਰਮੇਸ਼ਰ ਪਰਮ ਆਤਮਾ ਤੇ ਸਾਡੀ ਹੈਗੀ ਆਤਮਾ। ਆਤਮਾ ਜਿਹੜੀ ਪਰਮ ਆਤਮਾ, ਸ੍ਰੇਸ਼ਟ ਆਤਮਾ ਦੇ ਵਿੱਚੋਂ ਹੀ ਨਿਕਲ ਕਰਕੇ ਤੇ ਇਹ ਪ੍ਰਗਟ ਹੋ ਗਈ। ਜਿਸ ਪ੍ਰਕਾਰ ਸਮੁੰਦਰ ਦੇ ਅੰਦਰੋਂ ਕੋਈ ਛਲ ਉਠਾ ਕੇ ਜਾਂ ਬਾਲਟੀ ਭਰ ਕੇ ਪਾਣੀ ਬਾਹਰ ਕੱਢ ਲਈਏ, ਉਹ ਜੋਤ ਵੱਖਰੀ ਹੋ ਗਈ, ਪਰ ਜੇ ਵਿੱਚ ਫਿਰ ਰਲਾ ਦਈਏ ਤਾਂ ਉਹ ਇੱਕ ਜੋਤ ਹੀ ਹੋ ਗਈ, ਉਸ ਨੂੰ ਕੋਈ ਫਿਰ ਵੱਖ ਨਹੀਂ ਕੱਢ ਸਕਦਾ। ਇਸ ਪ੍ਰਕਾਰ ਜਿਹੜੀ ਪਰਮੇਸ਼ਰ ਦੀ ਜੋਤ ਹੈ, ਉੱਥੋਂ ਹੀ ਇਹ ਜੋਤਾਂ ਜਿਹੜੇ ਸਰੀਰ ਜਗੇ ਹਨ, ਇਹਨਾਂ ਦੇ ਜੀਵਨ ਮਿਲਿਆ ਹੈ ਤੇ ਇਹ ਪਰਮੇਸ਼ਰ ਦੇ ਅੰਦਰ ਹੀ ਸਮਾ ਜਾਣੇ ਹਨ। ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਉਸੇ ਪਰਮੇਸ਼ਰ ਦੀ ਇੱਕ ਜੋਤ ਜਿਹੜੀ ਸਭ ਮਹਿ ਜੋਤ, ਸਾਰਿਆਂ ਦੇ ਵਿੱਚ ਉਸੇ ਦੀ ਜੋਤ, ਤਿਸਦੈ ਚਾਨਣ, ਫਿਰ ਉਸ ਜੋਤ ਤੋਂ ਹੀ ਸਭ ਮਹਿ ਚਾਨਣ ਹੋਏ, ਸਾਰਿਆਂ ਨੂੰ ਇਹ ਜੀਵਨ ਦਾਨ ਮਿਲਿਆ। ਗੁਰ ਸਾਖੀ ਜੋਤ ਪ੍ਰਗਟ ਹੋਏ। ਪਾਂਡਿਆਂ ਨੇ ਪੁੱਛਿਆ ਫਿਰ ਇਹ ਜਿਹੜੀ ਜੋਤ ਜਗਾਉਣੀ ਹੈ ਆਰਤੀ ਦੇ ਥਾਲ ਦੇ ਅੰਦਰ, ਇਹ ਪਾਂਡਾ ਜਗਾਉਂਦਾ ਹੈ ਨਾ, ਕੋਈ ਤਾਂ ਇਹ ਜੋਤ ਜਗਾਉਂਦਾ ਹੈ, ਕੌਣ ਜਗਾਵੇਗਾ ਫਿਰ ਇਹ ਜਿਹੜੀ ਜੋਤ ਹੈ ਘਟਾਂ ਘਟਾਂ ਦੇ ਅੰਦਰ? ਸਤਿਗੁਰ ਫਰਮਾਉਂਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰ ਸਾਖੀ, ਗੁਰੂ ਦੀ ਸਿੱਖਿਆ ਦੁਆਰਾ ਜਿਹੜਾ ਗੁਰੂ ਹੈ ਨਾ, ਜੋਤ ਪ੍ਰਗਟ ਹੋਏ, ਉਸ ਨੇ ਹੀ ਇਹ ਜੋਤ ਨੂੰ ਪ੍ਰਗਟ ਕਰ ਦੇਣਾ ਹੈ। ਜੋਤ ਤਾਂ ਸਾਰਿਆਂ ਦੇ ਅੰਦਰ ਹੀ ਪਰਮੇਸ਼ਰ ਦੀ ਹੈ, ਪਰ ਇਹ ਜਿਹੜੀ ਪ੍ਰਗਟ ਹੋ ਕਰਕੇ ਦਿਖ ਪੈਣੀ ਹੈ ਨਾ ਕਿ ਅਸੀਂ ਪਰਮੇਸ਼ਰ ਦੀ ਹੀ ਜੋਤੀ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣਾ ਮੂਲ ਜਿਹੜਾ ਜੜ ਹੈ ਤੂੰ ਪਛਾਣ ਕਿ ਤੂੰ ਪਰਮੇਸ਼ਰ ਦੀ ਹੀ ਜੋਤ ਹੈ, ਪਰਮੇਸ਼ਰ ਦੀ ਅੰਸ਼ ਹੈ। ਇਹ ਕਿੱਥੋਂ ਪਤਾ ਲੱਗੇਗਾ? ਗੁਰ ਸਾਖੀ, ਗੁਰੂ ਦੀ ਸਿੱਖਿਆ ਦੁਆਰਾ ਹੀ ਇਹ ਭੇਦ ਪ੍ਰਗਟ ਹੋ ਜਾਵੇਗਾ। ਗੁਰੂ ਹੀ ਇਹ ਭੇਦ ਪ੍ਰਗਟ ਕਰ ਦੇਵੇਗਾ। ਤੇਰਾ ਜਿਹੜਾ ਡੈਸਟੀਨੇਸ਼ਨ ਜਿਹਨੂੰ ਕਹਿ ਦਿੰਦੇ ਹਾਂ, ਜਿਹੜਾ ਮੰਜ਼ਿਲ ਹੈ ਮਨੁੱਖ ਦੀ, ਇਹ ਗੁਰੂ ਨੇ ਹੀ ਫਿਰ ਬਖਸ਼ਿਸ਼ ਕਰਨੀ ਹੈ ਕਿ ਤੇਰੀ ਮੰਜ਼ਿਲ ਕਿਹੜੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਤੇਰੀ ਮੰਜ਼ਿਲ ਹੈ। ਅਸਲੀ ਜਿਹੜੀ ਇਸ ਜੀਵਨ, ਇਸ ਸਰੀਰ ਮਿਲਣ ਦਾ ਕਾਰਨ ਅਸਲੀ ਇਹੀ ਹੈ ਕਿ ਉਸ ਜਿਹੜੀ ਜੋਤ ਹੈ ਨਾ, ਸਭ ਮਹਿ ਜੋਤ ਜੋਤ ਹੈ ਸੋਏ, ਉਸ ਦੇ ਅੰਦਰ ਤੂੰ ਇੱਕ ਮਿਕ ਹੋ ਜਾਣਾ ਹੈ। ਉਹ ਜਿਹੜੀ ਜੋਤ, ਇਹ ਕਾਰਨ ਹੈ ਨਾ, ਇਹ ਪਤਾ ਲੱਗ ਜਾਣਾ ਕਿ ਅਸੀਂ ਕਾਹਦੇ ਵਾਸਤੇ ਇਸ ਸੰਸਾਰ ਦੇ ਅੰਦਰ ਆਏ ਹਾਂ। ਸਤਿਗੁਰੂ ਕਹਿੰਦੇ ਕਿ ਗੁਰ ਸਾਖੀ ਜੋਤ ਪ੍ਰਗਟ ਹੋਏ, ਇਹ ਜਿਹੜਾ ਪ੍ਰਗਟ ਹੋ ਜਾਣਾ ਹੈ ਨਾ ਭਾਜ, ਇਹ ਸਤਿਗੁਰੂ ਹੀ ਬਖਸ਼ਿਸ਼ ਕਰ ਦਿੰਦੇ ਹਨ। ਗੁਰੂ ਦੀ ਕਿਰਪਾ ਦੇ ਨਾਲ ਹੀ, ਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਇਹ ਪ੍ਰਾਪਤ ਹੋਵੇਗੀ ਜੋਤ। ਜੋ ਤਿਸ ਭਾਵੈ ਸੋ ਆਰਤੀ ਹੋਏ। ਆਰਤੀ ਜਿਹੜੀ ਹੋਣੀ ਹੈ ਨਾ, ਜੋ ਤਿਸ ਭਾਵੈ, ਕਿ ਜਿਹੜਾ ਗੋਲ ਘੁਮਾ ਕਰਕੇ ਜਿਹੜਾ ਥਾਲ ਆਰਤੀ ਕਰਦੇ ਹਨ ਪਾਂਡੇ, ਕਿ ਸਤਿਗੁਰੂ ਬਖਸ਼ਿਸ਼ ਕਰੋ। ਫਿਰ ਇਹ ਕਿਵੇਂ ਥਾਲ ਘੁੰਮਦਾ ਹੈ? ਸਤਿਗੁਰੂ ਫਰਮਾਉਂਦੇ ਜੋ ਤਿਸ ਭਾਵੈ, ਕਿ ਜਿਵੇਂ ਪਰਮੇਸ਼ਰ ਨੂੰ ਭਾਉਂਦਾ ਹੈ, ਉਸ ਦਾ ਜਿਹੜਾ ਭਾਣੇ ਦਾ ਚੱਕਰ ਹੈ ਨਾ, ਜਨਮ ਮਰਨ ਦਾ ਜਿਹੜਾ ਚੱਕਰ ਹੈ, ਉਹ ਜਿਹੜਾ ਭਾਣਾ ਫਿਰ ਰਿਹਾ ਹੈ ਹਰੇਕ ਦੇ ਸਿਰ ਦੇ ਉੱਪਰ, ਉਹ ਬਾਰ-ਬਾਰ ਭਾਣਾ ਆਣ ਕਰਕੇ ਪਰਮੇਸ਼ਰ ਦਾ ਫਿਰ ਰਿਹਾ ਹੈ। ਇਹੀ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਜੋ ਤਿਸ ਭਾਵੈ, ਜੋ ਪਰਮੇਸ਼ਰ ਦਾ ਭਾਣਾ ਹੈ ਸੋ ਆਰਤੀ ਹੋਏ, ਉਹੀ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਛਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਉ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੈ, ਯਹਤਾ ਕੋ ਬਿਵਹਾਵੈ। ਛਿਨ ਮੈਂ ਰਾਓ ਰੰਕ, ਜਿਹੜੇ ਰਾਜੇ ਹਨ, ਉਹਨਾਂ ਨੂੰ ਛਿਣ ਮਾਤਰ ਹੀ ਤੁਸੀਂ ਰੰਕ ਬਣਾ ਦਿੰਦੇ ਹੋ, ਭਿਖਾਰੀ ਬਣਾ ਕਰਕੇ ਰੱਖ ਦਿੰਦੇ ਹੋ। ਰਾਓ ਰੰਕ ਕਰ ਡਾਰੈ, ਤੇ ਜਿਹੜੇ ਭਿਖਾਰੀ ਹਨ ਉਹਨਾਂ ਨੂੰ ਤੁਸੀਂ ਰਾਓ ਰਾਜੇ ਬਣਾ ਦਿੰਦੇ ਹੋ ਖਿਨ ਮਾਤਰ ਹੀ। ਇਹੀ ਜਿਹੜਾ ਪਰਮੇਸ਼ਰ ਦਾ ਹੈ ਨਾ, ਜੋ ਤਿਸ ਭਾਵੈ ਭਾਣਾ ਹੈ,
ਸੋ ਆਰਤੀ ਹੋਏ। ਇਹੀ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਭਿਖਾਰੀ ਤੇ ਰਾਜ ਕਰਾਵੈ। ਗੁਰ ਸਾਖੀ ਜੋ ਤਿਸ ਭਾਵੈ, ਭਿਖਾਰੀ ਤੇ ਰਾਜ ਕਰਾਵੈ, ਜੋ ਤਿਸ ਭਾਵੈ ਸੋ ਆਰਤੀ ਹੋਏ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਜੋ ਤਿਸ ਭਾਵੈ। ਇਹ ਜਿਹੜਾ ਪਰਮੇਸ਼ਰ ਦਾ ਭਾਣਾ ਹੈ ਨਾ, ਖਿਣ ਪਲ ਵਿੱਚ ਹੀ ਖੇਡ ਨੂੰ ਪਲਟ ਦਿੰਦਾ ਹੈ, ਸੋ ਆਰਤੀ ਹੋਏ। ਇਹ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਐਸੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਜਿਹੜੇ ਚਰਨ ਕਮਲ ਹਨ ਨਾ, ਕਮਲ ਦੀ ਨਿਆਈ ਹੈ ਪਰਮੇਸ਼ਰ, ਜਿਹੜੇ ਤੁਹਾਡੇ ਚਰਨ ਹਨ ਕਮਲ ਦੀ ਨਿਆਈ, ਜਿਹੜੇ ਅਲੇਪ ਮਾਇਆ ਦੇ ਮੋਹ ਤੋਂ ਅਲੇਪ ਹੋ ਕਰਕੇ ਜਿਹੜੇ ਵਿਚਰ ਰਹੇ ਹਨ। ਹਰ ਚਰਨ ਕਮਲ, ਹਰੀ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਹਨ। ਮਕਰੰਦ ਲੋਭਿਤ ਮਨੋ, ਜਿਹੜੀ ਮਕਰੰਦ ਨਾਮ ਰੂਪ ਧੂੜੀ ਹੈ, ਜਿਹੜੀ ਉਸ ਦੇ ਅੰਦਰ ਲੋਭਿਤ ਮਨੋ, ਸਾਡਾ ਜਿਹੜਾ ਮਨ ਹੈ ਲੁਭਾਏਮਾਨ ਹੋ ਰਿਹਾ ਹੈ। ਸਾਡਾ ਮਨ ਤੁਹਾਡੇ ਚਰਣਾ ਕਮਲਾਂ ਦੇ ਅੰਦਰ ਮੋਹਿਤ ਹੋ ਰਿਹਾ ਹੈ। ਅਨ ਦਿਨੋ ਮੋਹੇ ਆਹੀ ਪਿਆਸਾ। ਦਿਨ ਰਾਤ ਦਿਨੇ ਮੋਹੇ ਮੈਨੂੰ ਆਹੀ ਪਿਆਸਾ, ਇਹੀ ਪਿਆਸ ਹੈ ਮੈਨੂੰ ਰਾਤ ਦਿਨ ਹੈ ਪਰਮੇਸ਼ਰ, ਕਿ ਸਾਡਾ ਜਿਹੜਾ ਮਨ ਹੈ ਨਾ ਲੋਭਿਤ ਮਨੋ। ਤੁਹਾਡੇ ਜਿਹੜੇ ਹਰ ਚਰਨ ਕਮਲ ਹਨ ਮਕਰੰਦ, ਜਿਹੜੀ ਨਾਮ ਧੂੜੀ ਦੇ ਅੰਦਰ ਇਹ ਲੁਭਾਏਮਾਨ ਹੋ ਰਵੇ ਸਾਡਾ ਮਨ। ਅਨ ਦਿਨੋ, ਸਾਡੀ ਰਾਤ ਦਿਨ ਇਹੀ ਸਾਡੀ ਆਹੀ ਪਿਆਸਾ, ਸਾਡੀ ਇਹੀ ਪਿਆਸ ਹੈ। ਮੋਹੇ ਆਹੀ ਪਿਆਸਾ, ਮੇਰੀ ਆਹੀ ਪਿਆਸ ਹੈ ਇਹ ਪਰਮੇਸ਼ਰ, ਕਿ ਜਿਹੜਾ ਤੁਹਾਡਾ ਚਰਨ ਕਮਲ ਹਨ ਨਾ ਤੁਹਾਡੇ, ਉਹਨਾਂ ਦੇ ਅੰਦਰ ਸਾਡਾ ਮਨ ਜਿਹੜਾ ਹੈ ਮੋਹਿਤ ਹੋਇਆ ਰਹੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਵਣ ਦਿਨ ਨੀਤ। ਇਹ ਪਰਮੇਸ਼ਰ ਦਰਸ਼ਨ ਪਿਆਸ ਬਹੁਤ ਮਨ ਮੇਰਾ ਹੈ। ਤੁਹਾਡੇ ਦਰਸ਼ਨਾਂ ਦੀ ਪਿਆਸ ਸਾਡੇ ਅੰਦਰ ਬਹੁਤ ਘਨੇਰੀ ਹੈ। ਇਹ ਦਿਨ ਰਾਤ ਸਾਨੂੰ ਇਹੀ ਪਿਆਸ ਲੱਗੀ ਹੋਈ ਹੈ ਤੁਹਾਡੇ ਚਰਣਾ ਕਮਲਾਂ ਦੀ, ਤੁਹਾਡੇ ਦਰਸ਼ਨਾਂ ਦੀ। ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਜਿਸ ਪ੍ਰਕਾਰ ਸਾਧ ਸੰਗਤ ਬਬੀਹਾ, ਫਿਰ ਇਹ ਪੁਕਾਰ ਕਰਦਾ ਜਿਹੜਾ ਹੈ ਨਾ, ਬਬੀਹਾ ਪ੍ਰਿਓ ਪ੍ਰਿਓ ਪੁਕਾਰ ਕਰਦਾ ਹੈ ਬਬੀਹਾ, ਕਿ ਸਵਾਤੀ ਬੂੰਦ ਦੀ ਖਾਤਰ, ਕਿ ਮੀਂਹ ਤਾਂ ਪੈਂਦਾ ਹੈ ਪਰ ਜਿਹੜੀ ਸਵਾਤੀ ਬੂੰਦ ਹੈ ਨਾ, ਜਦੋਂ ਉਸ ਨੂੰ ਪ੍ਰਾਪਤ ਹੁੰਦੀ ਹੈ ਫਿਰ ਹੀ ਉਸ ਦੀ ਤ੍ਰਿਪਤੀ ਹੁੰਦੀ ਹੈ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਬਬੀਹੇ ਦੀ ਨਿਆਈ, ਜਿਹੜਾ ਚਾਤਰਿਕ ਦੀ ਨਿਆਈ, ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ। ਜਿਹੜਾ ਸਾਰਿੰਗ ਬਬੀਹੇ ਦੀ ਨਿਆਈ ਜਿਹੜਾ ਇਹ ਜੀਵ ਹੈ ਨਾ, ਪਰਮੇਸ਼ਰ ਸਾਨੂੰ ਤੁਹਾਡੀ ਸਵਾਤੀ ਬੂੰਦ, ਤੁਹਾਡੀ ਪਿਆਸ ਲੱਗੀ ਹੋਈ ਹੈ, ਤੁਹਾਡੀ ਪਿਆਸ ਲੱਗੀ ਹੈ। ਇਸ ਬਬੀਹੇ ਨੂੰ ਸਾਨੂੰ ਕਿਰਪਾ ਜਲ ਦੇ, ਇਸ ਕਰਕੇ ਸਾਨੂੰ ਆਪਣੀ ਕਿਰਪਾ ਦਾ ਜਲ ਦੇ, ਜਿਹਦੇ ਨਾਲ ਸਾਡੀ ਪਿਆਸ ਬੁਝ ਸਕੇ। ਤੁਹਾਡੀ ਕਿਰਪਾ ਦਾ ਜਲ, ਤੁਹਾਡੀ ਕਿਰਪਾ ਅਸੀਂ ਪ੍ਰਾਪਤ ਕਰਾਂਗੇ, ਤੁਹਾਡੇ ਦਰਸ਼ਨ ਦਿਦਾਰੇ ਸਾਨੂੰ ਪ੍ਰਾਪਤ ਹੋ ਜਾਣਗੇ। ਦਰਸ਼ਨ ਪਿਆਸ ਬਹੁਤ ਮਨ ਮੇਰਾ ਹੈ। ਇਹ ਜਿਹੜੀ ਪਿਆਸ ਸਾਡੀ ਕਿਵੇਂ ਬੁਝੇਗੀ? ਕਿਰਪਾ ਜਲ ਦੇਹ, ਤੁਹਾਡੀ ਕਿਰਪਾ ਦਾ ਜਲ ਪ੍ਰਾਪਤ ਕਰਕੇ ਹੀ ਸਾਡੀ ਇਹ ਪਿਆਸ ਬੁਝੇਗੀ। ਤੇ ਸਾਨੂੰ ਕਿਰਪਾ ਕਰਕੇ ਕਿਰਪਾ ਜਲ ਦੇਹ ਸਾਨੂੰ ਦੇਣਾ ਕਰੋ। ਇਹ ਕਿਰਪਾ ਰੂਪੀ ਜਲ ਨਾਨਕ ਸਾਰਿੰਗ ਕਹੋ। ਸਤਿਗੁਰੂ ਨਾਨਕ ਦੇਵ ਫਰਮਾਉਂਦੇ ਹਨ, ਇਹ ਸਾਰਿੰਗ ਅਸੀਂ ਜਿਹੜਾ ਜੀਵ ਬਬੀਹੇ ਦੀ ਨਿਆਈ ਤੁਹਾਡੀ ਪਿਆਸ ਰੱਖ ਕਰਕੇ ਪੁਕਾਰ ਕਰ ਰਿਹਾ ਹੈ। ਹੋਏ ਜਾਤੇ ਤੇਰੇ ਨਾਏ ਵਾਸਾ। ਜਾਤੇ ਹੋਏ ਜਾਤੇ, ਜਿਹਦੇ ਦੁਆਰਾ, ਜਿਹਦੇ ਰਾਹੀਂ ਤੇਰੇ ਨਾਏ ਵਾਸਾ, ਤੁਹਾਡੇ ਨਾਮ ਦੇ ਵਿੱਚ ਸਾਡਾ ਵਾਸਾ ਹੋ ਜਾਵੇ। ਐਸੀ ਜਿਹੜੀ ਕਿਰਪਾ ਰੂਪੀ ਜਲ ਹੈ ਨਾ, ਇਹ ਸਾਨੂੰ ਦੇਣਾ ਕਰੋ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਹੋਏ ਜਾਤੇ, ਜਿਹਦੇ ਦੁਆਰਾ ਫਿਰ ਜਿਹੜੀ ਕਿਰਪਾ ਪ੍ਰਾਪਤ ਹੋ ਗਈ, ਜਿਸ ਸਮੇਂ ਨਾਏ ਵਾਸਾ, ਫਿਰ ਨਾਮ ਦੇ ਵਿੱਚ ਸਾਡਾ ਵਾਸਾ ਹੋ ਜਾਵੇਗਾ। ਨਾਮ ਜਿਹੜਾ ਨਾਮੀ ਪਰਮੇਸ਼ਰ ਹੈ, ਉਹਦੇ ਵਿੱਚ ਸਾਡਾ ਵਾਸਾ ਹੋ ਜਾਵੇਗਾ। ਤੇ ਜਿਸ ਸਮੇਂ ਉਹਦੇ ਵਿੱਚ ਵਾਸਾ ਹੋ ਗਿਆ ਨਾ, ਤੇ ਜਿਵੇਂ ਬਾਲਟੀ ਭਰ ਕੇ ਪਾਣੀ ਸਮੁੰਦਰ ਵਿੱਚ ਰੋੜ ਦਈਏ ਤਾਂ ਕੋਈ ਉਸ ਨੂੰ ਵੱਖ ਨਹੀਂ ਫਿਰ ਕੱਢ ਸਕਦਾ। ਜਿਹੜਾ ਪਾਣੀ ਪਾਇਆ ਸੀ ਉਸੇ ਨੂੰ ਹੀ ਬਾਹਰ ਕੱਢਣਾ ਹੈ। ਉਹ ਪਰਮੇਸ਼ਰ ਦੀ ਜੋਤ ਵਿੱਚ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸਭ ਮੈਂ ਹੈ ਜੋਤ। ਜੋਤ ਹੈ ਸੋਏ, ਜਿਹੜੀ ਸਾਰਿਆਂ ਦੀ ਜੋਤ ਦੇ ਅੰਦਰ ਪਰਮੇਸ਼ਰ ਦੀ ਜੋਤ ਹੈ। ਜਿਸ ਸਮੇਂ ਫਿਰ ਨਾਏ ਵਾਸਾ, ਉਸ ਪਰਮੇਸ਼ਰ ਦੇ ਨਾਮ ਦੇ ਅੰਦਰ, ਪਰਮੇਸ਼ਰ ਦੇ ਅੰਦਰ ਜੋਤ ਦਾ ਵਾਸਾ ਹੋ ਗਿਆ ਨਾ, ਫਿਰ ਵੱਖ ਕਰਕੇ ਕੋਈ ਕੱਢ ਨਹੀਂ ਸਕਦਾ। ਤੇ ਇਸ ਪ੍ਰਕਾਰ ਫਿਰ ਇਹ ਜਨਮ ਮਰਨ ਦਾ ਗੇੜ ਜਿਹੜਾ ਇਹ ਉੱਥੇ ਸੰਪੂਰਨ ਹੋ ਜਾਂਦਾ ਹੈ। ਕਿਉਂਕਿ ਇਹ ਜਿਹੜਾ ਮੰਜ਼ਿਲ ਹੈ ਨਾ ਮਨੁੱਖ ਦੀ, ਜਿੰਨਾ ਚਿਕਰ ਇਹ ਉੱਥੋਂ ਤੱਕ ਨਹੀਂ ਪਹੁੰਚਦਾ ਤੇ ਉਹਨਾਂ ਚਿਕਰ ਫਿਰ ਇਸ ਨੂੰ ਇਸੇ ਪ੍ਰਕਾਰ ਗੇੜੇ ਹੀ ਬਾਰ-ਬਾਰ ਮਾਰਨੇ ਪੈਂਦੇ ਹਨ। ਕਿਉਂਕਿ ਇਹ ਜਿਹੜਾ ਸਫ਼ਰ ਤੈਅ ਕਰਨਾ ਹੈ ਜੀਵ ਆਤਮਾ ਨੇ ਸਫ਼ਰ ਤੈਅ ਕਰਨਾ ਹੈ ਆਤਮਾ ਤੋਂ ਪਰਮਾਤਮਾ ਤੱਕ ਦਾ। ਪਰ ਇਹ ਜੇ ਇਹ ਕਾਰਜ ਨਹੀਂ ਕਰਦਾ,
ਬਾਰ ਬਾਰ ਇਸ ਨੂੰ ਜਨਮ ਮਿਲਦੇ ਹਨ ਕਿ ਇਹ ਕਾਰਜ ਕਰ ਲੈ। ਇਹ ਸਤਿਗੁਰੂ ਵੀ ਬਖਸ਼ਿਸ਼ ਕਰਦੇ ਹਨ ਵੀ ਇਹ ਕਾਰਜ ਕਰ ਲੈ। ਜਿਹੜਾ ਕਾਲ ਹੈ ਸਿਰ ਦੇ ਉੱਪਰ ਖੜਾ ਹੈ, ਜਿਹੜਾ ਕਾਲ ਰੂਪੀ ਸੱਪ ਹੈ, ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ, ਮੂੰਹ ਅੱਡੀ ਖੜਾ ਹੈ ਤੈਨੂੰ ਡਸਣ ਵਾਸਤੇ। ਤੂੰ ਇੱਕ ਸਿਮਰ 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 ਪ੍ਰਭ ਸੋਏ, ਉਸ ਪਰਮੇਸ਼ਰ ਨੂੰ ਸਿਮਰ ਲੈ। ਛਿਨ ਛਿਨ ਕਰਕੇ ਉਹ ਪਰਮੇਸ਼ਰ ਤੈਨੂੰ ਚੇਤਾ ਕਰਾ ਰਿਹਾ ਹੈ। ਬਾਅਦ ਵਿੱਚ ਕਿਤੇ ਇਹ ਤੂੰ ਗਿਲਾ ਨਾ ਕਰੀ ਕਿ ਜੇ ਸਾਨੂੰ ਪਰਮੇਸ਼ਰ ਨੇ ਪਹਿਲਾਂ ਹੀ ਦੱਸਿਆ ਹੁੰਦਾ ਕਿ ਇਹ ਜਿਹੜਾ ਜੀਵ ਹੈ ਇਸ ਨੇ ਸਫ਼ਰ ਤੈਅ ਕਰਨਾ ਹੈ ਪਰਮਾਤਮਾ ਤੱਕ ਦਾ, ਇਹ ਸਾਨੂੰ ਸਰੀਰ ਰੂਪੀ ਜਿਹੜੀ ਕਾਰ ਮਿਲੀ ਹੈ, ਗੱਡੀ ਮਿਲੀ ਹੈ ਕਿ ਇਸ ਦੇ ਰਾਹੀਂ ਆਪਾਂ ਸਫ਼ਰ ਤੈਅ ਕਰਨਾ ਹੈ ਪਰਮੇਸ਼ਰ ਤੱਕ ਦਾ। ਇਹ ਬਾਅਦ ਵਿੱਚ ਗਿਲਾ ਨਾ ਕਰੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਪਤਾ ਕਿਉਂ ਨਹੀਂ ਲੱਗਾ? ਸਤਿਗੁਰੂ ਮਹਾਰਾਜ ਤਾਂ ਰੋਜ਼ ਹੀ ਖਿਨ ਖਿਨ ਪੁਕਾਰ ਕਰ ਰਹੇ ਹਨ। ਸੰਤਨ ਕਹਿਓ ਪੁਕਾਰ, ਸੰਤ ਜਨ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਤੇਰੀ ਵਾਰੀ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਤੇਰੀ ਵਾਰੀ ਹੈ। ਤੂੰ ਆਪਣਾ ਸਫ਼ਰ ਤੈਅ ਕਰ ਲਾ। ਜੇ ਨਾ ਤੈਅ ਕਰ ਪਾਇਆ ਇਹ ਫੇਰ ਇਹ ਕੱਪੜੇ ਮਿਲਦੇ ਰਹਿਣਗੇ, ਇਹ ਸਰੀਰ ਰੂਪੀ ਚੋਲੇ ਮਿਲਦੇ ਰਹਿਣਗੇ, ਨਾਸ ਹੁੰਦੇ ਰਹਿਣਗੇ, ਜਿੰਨਾ ਚਿਰ ਤੂੰ ਉਸ ਪਰਮੇਸ਼ਰ ਦੀ ਜੋਤੀ ਦੇ ਅੰਦਰ ਜੋਤ ਨਹੀਂ ਮਿਲਾ ਲੈਂਦਾ। ਨਾਏ ਵਾਸਾ ਉਸ ਨਾਮ ਦੇ ਅੰਦਰ ਜਿੰਨਾ ਚਿਰ ਵਾਸਾ ਨਹੀਂ ਹੋ ਜਾਂਦਾ। ਇਹ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਕਿ ਜਿਹੜੀ ਉਸ ਪਰਮੇਸ਼ਰ ਦੀ ਆਰਤੀ ਕਰਨੀ ਹੈ ਨਾ, ਇਹ ਸਾਰੀ ਕਾਇਨਾਤ ਉਸ ਪਰਮੇਸ਼ਰ ਦੀ ਆਰਤੀ ਕਰ ਰਹੀ ਹੈ। ਜਿਹੜਾ ਆਕਾਸ਼ ਰੂਪੀ ਥਾਲ ਹੈ ਉਸ ਦੇ ਅੰਦਰ ਜਿਹੜੇ ਦੋ ਦੀਵੇ ਹਨ, ਸੂਰਜ ਤੇ ਚੰਦਰਮਾ ਦੀ ਨਿਆਈ ਜੋ ਦੀਵੇ ਹਨ ਬਲ ਰਹੇ ਹਨ। ਜਿਹੜੇ ਤਾਰਕਾ ਮੰਡਲ, ਤਾਰਿਆਂ ਦਾ ਸਮੂਹ ਹੈ, ਉਹ ਮੋਤੀ ਰੂਪ ਹੋ ਕਰਕੇ ਇਸ ਦੇ ਵਿੱਚ ਜੜੇ ਹੋਏ ਹਨ। ਤੇ ਧੂਪ ਮਲ ਆਣ ਲਓ, ਜਿਹੜੀ ਫਿਰ ਜੰਗਲ ਦੇ ਅੰਦਰ ਚੰਦਨ ਦੀਆਂ ਲੱਕੜਾਂ ਨੂੰ, ਬਿਰਖਾਂ ਨੂੰ ਜਿਹੜੀ ਅੱਗ ਲੱਗਦੀ ਹੈ ਡੌ ਅਗਨੀ, ਫਿਰ ਉਹ ਧੂਪ ਕਰ ਰਹੀ ਹੈ, ਧੂਪ ਧੁਖ ਰਹੀ ਹੈ। ਤੇ ਪਵਨ ਚਵਰੋ ਕਰੇ, ਜਿਹੜਾ ਚੌਰ ਸਾਹਿਬ ਹੈ ਨਾ, ਫਿਰ ਹਵਾ ਜਦੋਂ ਰੁੱਖਾਂ ਨੂੰ ਝਲਾਉਂਦੀ ਹੈ ਬਨਸਪਤੀ ਨੂੰ, ਇਹ ਚੌਰ ਹੋ ਰਿਹਾ ਹੈ ਪਰਮੇਸ਼ਰ ਦੇ ਉੱਪਰ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਇਹ ਆਰਤੀ ਹੋ ਰਹੀ ਹੈ ਪਰਮੇਸ਼ਰ ਦੀ, ਤੇ ਇਸ ਆਰਤੀ ਦੇ ਅੰਦਰ ਸ਼ਾਮਲ ਹੋ ਕਰਕੇ ਤੇ ਉਸ ਪਰਮੇਸ਼ਰ ਦੇ ਸੋਹਲੇ ਗਾਉਣੇ ਹਨ। ਜਿਹਦੇ ਨਾਲ ਕੀ ਹੋਏਗਾ? ਹੋਏ ਜਾ ਤੇ ਤੇਰਾ ਨਾਏ ਵਾਸਾ। ਇਸ ਦੇ ਨਾਲ ਜਿਹੜਾ ਤੇਰਾ ਨਾਮ ਦੇ ਅੰਦਰ, ਨਾਮੀ ਪਰਮੇਸ਼ਰ ਦੇ ਅੰਦਰ ਤੇਰਾ ਵਾਸਾ ਹੋ ਜਾਵੇਗਾ। ਤੇ ਫਿਰ ਸਤਿਗੁਰਾਂ ਨੇ ਅਖੀਰ ਤੇ ਕਿਰਪਾ ਕਰ ਦਿੱਤੀ ਕਿ ਪਰਮੇਸ਼ਰ ਦੇ ਅੱਗੇ ਇਹ ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਨੀਆਂ ਹਨ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ। ਸਾਨੂੰ ਜਨਮਾਂ ਜਨਮਾਂ ਦੀ ਸਾਡੀ ਪਿਆਸ ਲੱਗੀ ਹੋਈ ਹੈ ਪਰਮੇਸ਼ਰ ਦੇ ਦਰਸ਼ਨਾਂ ਦੀ, ਪ੍ਰਾਪਤੀ ਦੀ, ਤੇ ਸਾਡੇ ਤੇ ਕਿਰਪਾ ਕਰੋ। ਕਿਰਪਾ ਜਲ ਦੇ, ਸਾਨੂੰ ਆਪਣੀ ਕਿਰਪਾ ਰੂਪੀ ਜਲ ਦੇ ਕਰਕੇ ਤੇ ਸਾਡੇ ਤੇ ਵੀ ਬਖਸ਼ਿਸ਼ ਕਰ ਦਿਓ ਕਿ ਅਸੀਂ ਤੁਹਾਡੀ ਸਤ ਸੰਗਤ ਵਿੱਚ ਆਣ ਕਰਕੇ ਤੇ ਤੁਹਾਡਾ ਹਰ ਜਸ ਸਰਵਣ ਕਰ ਲਿਆ ਕਰੀਏ, ਜਿਹਦੇ ਨਾਲ ਸਾਡੀ ਮੈਲ ਜਿਹੜੀ ਇਸ ਮਨ ਕਉ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ ਹੋਏ, ਇਹ ਉਤਾਰੀਏ ਕਿਵੇਂ? ਫਿਰ ਸੁਣ ਹਰ ਕਥਾ ਉਤਾਰੀ ਮੈਲ। ਮਨ ਨੂੰ ਜਿਹੜੀ ਮੈਲ ਹੈ ਕਥਾ ਸੁਣ ਕਰਕੇ ਕਿਵੇਂ ਉਤਰ ਜਾਵੇਗੀ? ਕਿਉਂਕਿ ਕਥਾ ਵਿੱਚ ਸੁਣਾਂਗੇ ਨਾ, ਕਥਾ ਵਿੱਚ ਇਹੀ ਦੱਸਿਆ ਜਾਂਦਾ ਹੈ ਕਿ ਇਹ ਤੂੰ ਆਪਣਾ ਜੀਵਨ ਇਹ ਸਫਲ ਕਰ ਲੈ, ਸਤਿਗੁਰਾਂ ਦੇ ਚਰਨੀ ਜੁੜ ਜਾ, ਸੇਵਾ ਕਰ ਲੈ, ਸਿਮਰਨ ਕਰ ਲੈ। ਇਸ ਪ੍ਰਕਾਰ ਇਹ ਜਦੋਂ ਫਿਰ ਕਥਾ ਸੁਣ ਕਰਕੇ ਤੇ ਉਸ ਨੂੰ ਕਮਾਵੇਂਗਾ ਨਾ, ਨਿਤਨੇਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਕਿ ਇੱਕ ਦਿਨ ਦਾ ਕੀਤਾ ਹੋਇਆ ਨੇਮ 100 ਜਨਮਾਂ ਤੱਕ ਦੇ ਕੀਤੇ ਹੋਏ ਮਾੜੇ ਪਾਪਾਂ ਨੂੰ ਕੱਟ ਦਿੰਦਾ ਹੈ। ਐਸੀ ਬਖਸ਼ਿਸ਼ ਹੈ ਇੱਕ ਨਿਤਨੇਮ ਕਰਨ ਦੀ। ਸਤਿਗੁਰਾਂ ਪਾਸ ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਾਸ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸੀ, ਕਿਸੇ ਸਿੱਖ ਨੇ, ਕਿ ਨਿਤਨੇਮ ਕਰਨ ਦਾ ਕੀ ਫਲ ਹੈ? ਨਿਤਨੇਮ ਕਰਨ ਦੇ ਨਾਲ ਮਨ ਤਾਂ ਟਿਕਦਾ ਨਹੀਂ, ਸਾਡਾ ਕੁਝ ਹੱਲ ਤਾਂ ਹੁੰਦਾ ਨਹੀਂ, ਸਾਨੂੰ ਕੁਝ ਨਜ਼ਰ ਤਾਂ ਆਉਂਦਾ ਨਹੀਂ, ਇਸ ਦਾ ਕੀ ਫਲ ਹੈ ਨਿਤਨੇਮ ਕਰਨ ਦਾ? ਤੇ ਵਾਹਿਗੁਰੂ ਇਹ ਸਤਿਗੁਰਾਂ ਪਾਸ ਬੇਨਤੀ ਕੀਤੀ ਸੀ ਕਿਸੇ ਸਿੱਖ ਨੇ। ਤੇ ਸਤਿਗੁਰੂ ਫਿਰ ਬਾਹਰ ਜਾ ਕਰਕੇ ਜੰਗਲ ਦੇ ਅੰਦਰ ਤੇ ਉੱਥੇ ਖੜ ਗਏ ਸਨ, ਮੀਂਹ ਪੈਣ ਲੱਗ ਪਿਆ ਸੀ। ਤੇ ਸਿੱਖਾਂ ਨੇ ਪੁੱਛਿਆ ਵੀ ਸਤਿਗੁਰੂ ਕੀ ਕਾਰਨ, ਇੱਥੇ ਮੀਂਹ ਦੇ ਵਿੱਚ ਕਿਉਂ ਖੜੇ ਹੋ? ਸਤਿਗੁਰੂ ਕਹਿੰਦੇ ਵੀ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਇੱਥੇ ਖੜੇ ਹਾਂ। ਉਸ ਸਮੇਂ ਸਾਹਮਣੇ ਕੁਝ ਚੀਜ਼ ਚਮਕ ਰਹੀ ਸੀ, ਠੀਕਰੀ ਦੀ ਨਿਆਈ। ਸਤਿਗੁਰਾਂ ਨੇ ਪੁੱਛਿਆ ਕਿ ਇਹ ਜਿਹੜੀ ਠੀਕਰੀ ਚਮਕ ਰਹੀ ਹੈ ਇਹ ਕੀ ਹੈ ਅਤੇ ਕਿਉਂ ਚਮਕ ਰਹੀ ਹੈ? ਸਿੱਖਾਂ ਨੇ ਦੱਸਿਆ ਕਿ ਇਹ ਜਿਹੜੀ ਠੀਕਰੀ ਘੜੇ ਦੀ ਹੈ ਠੀਕਰੀ, ਇਸ ਦੇ ਅੰਦਰ ਕਿਸੇ ਸਮੇਂ ਇੱਥੇ ਨਗਰ ਵੱਸਦਾ ਸੀ। ਇਸ ਚਾਟੀ ਦੇ ਅੰਦਰ ਜੋ ਦੁੱਧ ਰਿੜਕਿਆ ਜਾਂਦਾ ਸੀ, ਮੱਖਣ ਇਸ ਦੇ ਅੰਦਰ ਹੁੰਦਾ ਸੀ। ਇਸ ਕਰਕੇ ਇਹ ਮਿੱਟੀ ਦੇ ਭਾਂਡੇ ਦੇ ਅੰਦਰ ਜਿਹੜੀ ਠੀਕਰੀ ਹੈ ਇਸ ਦੇ ਅੰਦਰ ਇੱਕ ਸਮੇਂ ਮੱਖਣ ਲੱਗਾ ਸੀ, ਇਸ ਨੂੰ ਥਿੰਦਾ ਇਸ ਨੂੰ ਲੱਗਾ ਸੀ। ਬੜਾ ਸਮਾਂ ਹੋ ਗਿਆ, ਨਗਰ ਉੱਜੜ ਗਿਆ, ਅੱਜ ਜੰਗਲ ਹੈ ਇਹ, ਪਰ ਉਹੀ ਠੀਕਰੀ ਪਈ ਹੈ। ਇਸ ਦੇ ਉੱਪਰ ਅੱਜ ਮੀਂਹ ਪਿਆ ਤੇ ਇਸ ਦੇ ਅੰਦਰ ਜਿਹੜਾ ਥਿੰਦਾ ਸੀ ਉਹ ਅੱਜ ਚਮਕ ਰਿਹਾ ਹੈ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਸ ਤਰੀਕੇ ਦੇ ਨਾਲ ਫਿਰ ਇਹ ਕਿਤਨਾ ਸਮਾਂ ਹੋ ਗਿਆ ਇਸ ਦੇ ਅੰਦਰ ਘਿਓ ਸੀ, ਕਿਸੇ ਸਮੇਂ ਪਾਇਆ ਗਿਆ
ਤੇ ਕਿਤਨੇ ਸਮੇਂ ਬਾਅਦ ਵੀ ਨਗਰ ਵੀ ਉੱਜੜ ਗਿਆ, ਜੰਗਲ ਆਵਣ ਬਣਿਆ ਉਸ ਜਗ੍ਹਾ ਤੇ। ਪਰ ਅੱਜ ਵੀ ਜਦੋਂ ਉਹ ਮੀਂਹ ਪਿਆ ਉਸ ਠੀਕਰੀ ਦੇ ਉੱਪਰ ਤਾਂ ਉਸ ਦੇ ਅੰਦਰ ਜਿਹੜਾ ਥਿੰਦਾ ਸੀ ਉਹ ਚਮਕ ਪਿਆ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਹੜਾ ਇਹ ਨਿਤਨੇਮ ਕਰਨਾ ਹੈ ਨਾ, ਚਾਹੇ ਮਨ ਨਾ ਵੀ ਟਿਕੇ, ਚਾਹੇ ਕੋਈ ਪ੍ਰਾਪਤੀ ਨਾ ਵੀ ਹੋਵੇ, ਪਰ ਅਜਿਹਾ ਹੈ ਨਿਤਨੇਮ, ਗੁਰਬਾਣੀ ਪੜ੍ਹਨੀ, ਸਿਮਰਨ ਕਰਨਾ, ਕਿ ਜੇ ਇਸ ਹਿਰਦੇ ਰੂਪੀ ਭਾਂਡੇ ਦੇ ਅੰਦਰ ਇੱਕ ਵਾਰੀ ਇਹ ਚਲਾ ਗਿਆ ਨਾ, ਲੱਗ ਗਿਆ, ਤਾਂ ਉਸ ਦਾ ਅਖੀਰ ਤੇ ਸਮੇਂ ਜਾ ਕੇ ਇਹ ਚਮਕ ਹੀ ਪਵੇਗਾ। ਜਦੋਂ ਮੌਤ ਰੂਪੀ ਮੀਂਹ ਪਵੇਗਾ, ਫਿਰ ਇਹ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਇਹ ਜ਼ਰੂਰ ਫਲਦਾਇਕ ਹੋਵੇਗਾ। ਇਹ ਕਿਸੇ ਨਾ ਕਿਸੇ ਤਰੀਕੇ ਨਾਲ, ਜਿਵੇਂ ਥਿੰਦਾ ਚਾਟੀ ਦੇ ਟੁਕੜੇ ਨਾਲ ਲੱਗਾ ਹੋਇਆ ਕਰਕੇ ਮੀਂਹ ਪੈਣ ਨਾਲ ਚਮਕ ਪਿਆ, ਕਿਤਨੇ ਸਮੇਂ ਬਾਅਦ ਇਹ ਮੌਤ ਦੇ ਸਮੇਂ ਫਿਰ ਇਹ ਜਿਹੜਾ ਨਿਤਨੇਮ ਕੀਤਾ ਹੋਇਆ ਨਾ, ਇਹ ਫਲੀ ਫੂਤ ਹਰ ਵੇਲੇ ਹੋ ਕਰਕੇ ਤੇ ਉਹ ਫਿਰ ਜੀਵ ਨੂੰ ਬਚਾ ਲਵੇਗਾ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਐਸੀ ਗੁਰਬਾਣੀ ਦੀ ਦਾਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੇ ਕਰਕੇ ਜਿਹੜੇ 1430 ਅੰਗਾਂ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਇਹ ਅਪਾਰ ਬਖਸ਼ਿਸ਼ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ। ਇਹ ਅਮੋਲਕ ਖਜ਼ਾਨਾ ਸਾਡੀ ਝੋਲੀ ਅੰਦਰ ਪਾ ਦਿੱਤਾ। ਸਾਧ ਸੰਗਤ, ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਗੁਰੂ ਚਾਹੀਦਾ ਹੈ ਜਿਹੜਾ ਬੋਲੇ, ਜਿਹੜਾ ਬੋਲਦਾ ਹੋਵੇ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਬੋਲਦੇ ਹੀ ਨਹੀਂ। ਇਹ ਸਾਧ ਸੰਗਤ ਇਹ ਝੂਠ ਬੋਲਦੇ ਹਨ, ਇਹ ਵਿਅਰਥ ਬੋਲਦੇ ਹਨ ਇਹ ਜੀਵ, ਜਿਹੜੇ ਕਹਿੰਦੇ ਹਨ ਕਿ ਸਤਿਗੁਰੂ ਬੋਲਦੇ ਨਹੀਂ। ਸਾਧ ਸੰਗਤ, ਆਪੋ ਕੋਈ ਨਹੀਂ ਬੋਲਦਾ। ਜੇਕਰ ਕੋਈ ਆਪੇ ਹੀ ਬੋਲੀ ਜਾਵੇ ਨਾ, ਬਿਨਾਂ ਬੁਲਾਇਆ ਹੀ ਕੋਈ ਬੋਲੇ, ਤਾਂ ਫਿਰ ਉਸ ਨੂੰ ਪਾਗਲ ਤੇ ਝੱਲਾ ਆਖਿਆ ਜਾਂਦਾ ਹੈ, ਕਿ ਆਪੇ ਬੁੜ ਬੁੜ ਕਰੀ ਜਾਂਦਾ ਹੈ। ਤੇ ਸਾਧ ਸੰਗਤ, ਜਿੰਨਾ ਚਿਰ ਫਿਰ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਲਾਵਾਂਗੇ ਨਾ ਪ੍ਰੇਮ ਦੇ ਨਾਲ ਅਰਦਾਸ ਕਰਕੇ, ਤੇ ਫਿਰ ਸਤਿਗੁਰੂ ਬਿਨਾਂ ਬੁਲਾਇਆ ਕਿਵੇਂ ਬੋਲਦੇ ਹਨ? ਬਿਨਾਂ ਬੁਲਾਇਆ ਕਿਉਂ ਬੋਲਣਗੇ ਸਤਿਗੁਰੂ? ਜੇਕਰ ਆਪਾਂ ਅਰਦਾਸ ਕਰਕੇ ਜੇ ਇਸ਼ਨਾਨ ਕਰ ਲਿਆ ਹੈ, ਬਹੁਤ ਚੰਗੀ ਗੱਲ। ਜੇਕਰ ਜੋੜਾ ਪੈਣਾ ਹੈ ਤਾਂ 5 ਇਸ਼ਨਾਨ ਕਰਕੇ ਤੇ ਸਤਿਗੁਰਾਂ ਅੱਗੇ ਗਲ 'ਚ ਪੱਲਾ ਪਾ ਕੇ ਅਰਦਾਸ ਬੇਨਤੀ ਕਰੇ ਕਿ ਸਤਿਗੁਰੂ ਬੋਲੋ, ਬਖਸ਼ਿਸ਼ ਕਰੋ, ਸਾਨੂੰ ਵੀ ਹੁਕਮਨਾਮੇ ਬਖਸ਼ਿਸ਼ ਕਰੋ। ਤਾਂ ਫਿਰ ਸਤਿਗੁਰੂ ਬੋਲਦੇ ਹਨ, ਹਰ ਵਕਤ ਸਤਿਗੁਰੂ ਬੋਲਦੇ ਹਨ। ਜਿਹੜੇ ਦੇਹਧਾਰੀ ਹਨ ਇਹ ਤਾਂ ਕਿਸੇ ਮੌਕੇ ਬੋਲਣਗੇ। ਜੇ ਰਾਤ ਨੂੰ ਇਹਨਾਂ ਨੂੰ ਕਹਿ ਦਿਓ ਵੀ ਅਸੀਂ ਥੱਕੇ ਹਾਰੇ ਹੰਭੇ ਆਏ ਹਾਂ ਤੇ ਅਸੀਂ ਇਸ ਵੇਲੇ ਨਹੀਂ ਬੋਲਣਾ, ਤੇ ਸਤਿਗੁਰੂ ਮਹਾਰਾਜ ਚਾਹੇ ਦਿਨ ਤੇ ਚਾਹੇ ਰਾਤ, ਜਿਸ ਸਮੇਂ ਮਰਜ਼ੀ ਸਤਿਗੁਰਾਂ ਦੇ ਗਲ ਅੰਦਰ, ਸਤਿਗੁਰਾਂ ਦੇ ਸਾਹਮਣੇ ਗਲ 'ਚ ਪੱਲਾ ਪਾ ਕੇ ਬੇਨਤੀ ਕਰੋ ਕਿ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰੋ। ਸਤਿਗੁਰੂ ਸਦਾ ਹੀ ਬੋਲਦੇ ਹਨ। ਜੇ ਬੁਲਾਵਾਂਗੇ ਤਾਂ ਸਤਿਗੁਰੂ ਜ਼ਰੂਰ ਬੋਲਣਗੇ। ਤੇ ਸਤਿਗੁਰਾਂ ਤੋਂ ਵੱਧ ਕੋਈ ਬੋਲ ਵੀ ਨਹੀਂ ਸਕਦਾ। ਕੋਈ ਦੇਹਧਾਰੀ ਨੂੰ ਕਹਿ ਦੋਗੇ ਕਿ 48 ਘੰਟੇ ਤੱਕ ਉਹ ਬੋਲ ਲਵੇਗਾ। ਸਤਿਗੁਰਾਂ ਪਾਸ ਜਦੋਂ ਆਪਾਂ ਬੇਨਤੀਆਂ ਕਰਦੇ ਹਨ ਕਿ ਸਤਿਗੁਰੂ ਚੱਲੋ ਸਾਡੇ ਘਰ ਦੇ ਅੰਦਰ ਜਾ ਕਰਕੇ ਤੇ ਸਾਨੂੰ ਬੋਲੋ, ਸਾਨੂੰ ਹੁਕਮ ਬਖਸ਼ਿਸ਼ ਕਰੋ, ਬੋਲੋ ਬਖਸ਼ਿਸ਼ ਕਰੋ, ਅਸੀਂ ਸੁਣਨਾ ਹੈ ਆਪ ਜੀ ਨੂੰ, ਤਾਂ ਸਤਿਗੁਰੂ ਫਿਰ ਕਿਰਪਾ ਕਰਦੇ ਹਨ ਸਿੰਘਾਂ ਤੇ ਵੀ ਸਿੰਘੋ ਬੁਲਾਈ ਚਲੋ ਸਾਨੂੰ। 48 ਘੰਟੇ ਲਗਾਤਾਰ ਸਤਿਗੁਰੂ ਬੋਲਦੇ ਹਨ। ਇਤਨਾ ਬੋਲਣ ਵਾਲਾ ਗੁਰੂ ਤਾਂ ਕਿਸੇ ਪਾਸ ਹੀ ਨਹੀਂ। ਤੇ ਜਿਹੜੇ ਕਹਿੰਦੇ ਹਨ ਕਿ ਸਤਿਗੁਰੂ ਨਹੀਂ ਬੋਲਦੇ, ਉਹ ਝੱਖ ਮਾਰਦੇ ਹਨ। ਇਹ ਬਖਸ਼ਿਸ਼ ਐਸੀ ਸਤਿਗੁਰਾਂ ਨੇ ਵਡਮੁੱਲੀ ਸਾਡੇ ਉੱਪਰ, ਸਿੱਖਾਂ ਦੇ ਉੱਪਰ ਸਤਿਗੁਰਾਂ ਨੇ ਕਰ ਦਿੱਤੀ। ਸਾਰੀ ਸ੍ਰਿਸ਼ਟੀ ਕਾਇਨਾਤ ਦੇ ਅੰਦਰ ਕੋਈ ਵੀ ਹੋਵੇ ਜੀਵ ਕਿਸੇ ਧਰਮ ਦਾ ਵੀ, ਜੇਕਰ ਸਤਿਗੁਰਾਂ ਦੇ ਅੱਗੇ ਝੋਲੀ ਅੱਡ ਕੇ ਖੜਾ ਹੋ ਜਾਵੇ ਤਾਂ ਸਤਿਗੁਰੂ ਉਹਨਾਂ ਦੀ ਵੀ ਝੋਲੀ ਭਰ ਦਿੰਦੇ ਹਨ। ਐਸੀ ਬਖਸ਼ਿਸ਼ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕਰਕੇ ਤੇ ਸਾਨੂੰ ਇਹ ਸਾਡੀ ਝੋਲੀ ਅੰਦਰ ਜਿਹੜੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਜਿਹੜਾ ਗੁਰੂ ਧਾਰਨ ਕਰਨਾ ਹੈ, ਫਿਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਗੁਰਬਾਣੀ ਦਾ ਫਰਮਾਨ ਹੈ ਨਾ, ਨਿਗਰੂ ਕਾ ਹੈ ਨਾਉ ਬੁਰਾ। ਜਿਹੜਾ ਨਿਗਰਾ ਹੈ, ਜਿਸ ਨੇ ਗੁਰੂ ਧਾਰਨ ਨਹੀਂ ਕੀਤਾ, ਉਹਦਾ ਤਾਂ ਨਾਮ ਲੈਣਾ ਵੀ ਬੁਰਾ ਹੈ। ਉਸ ਦੇ ਨਾਲ ਗੱਲਬਾਤ ਕਰਨੀ, ਵਿਚਰਨਾ, ਵਿਹਾਰ ਕਰਨਾ ਤਾਂ ਬੜੀ ਦੂਰ ਦੀ ਗੱਲ, ਉਹਦਾ ਤਾਂ ਨਾਂ ਲੈਣਾ ਹੀ ਬੜਾ ਬੁਰਾ ਹੈ ਜਿਸ ਨੇ ਗੁਰੂ ਹੀ ਧਾਰਨ ਨਹੀਂ ਕੀਤਾ। ਆਪਾਂ ਮੰਨਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਹਨ, ਪਰ ਗੁਰੂ ਧਾਰਨ ਕਰਨਾ ਹੈ। ਉਹ ਧਾਰਨ ਕਿਵੇਂ ਹੋਏਗਾ? ਉਸ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਉਹ ਗੁਰੂ ਧਾਰਨ ਹੋ ਕਰਕੇ, ਜਦੋਂ ਗੁਰੂ ਫਿਰ ਇਹ ਨਾਮ ਦ੍ਰਿੜ ਕਰਾਉਂਦਾ ਹੈ ਨਾ, ਬੋਲੋ ਸਤਨਾਮ ਸ੍ਰੀ ਵਾਹਿਗੁਰੂ 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 ਦਾ ਸਿਮਰਨ ਹੁੰਦਾ ਹੈ। 15 ਵਾਰ ਫਤਿਹ ਬੁਲਾਈ ਜਾਂਦੀ ਹੈ। 15 ਵਾਰ ਫਤਿਹ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਅੰਮ੍ਰਿਤ ਛਕਾਉਣ ਵੇਲੇ ਇਹ ਫਿਰ ਸਤਿਗੁਰੂ ਉਪਦੇਸ਼ ਦਿੰਦੇ ਹਨ ਤੇ ਉਦੋਂ ਫਿਰ ਜਿਹੜਾ ਨਾਮ ਸਿਮਰ ਕੇ ਤੇ ਹਿਰਦੇ ਵਿੱਚ ਵਸਦਾ ਹੈ। ਇਹ ਗੁਰੂ ਧਾਰਨ ਕਰਨ ਦਾ ਮਹਾਤਮ ਹੈ। ਗੁਰੂ ਧਾਰਨ ਕਰਨਾ ਚਾਹੀਏ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਹੀ ਗੁਰੂ ਦੀ ਪ੍ਰਾਪਤੀ ਹੋਵੇਗੀ। ਇਹ ਸਤਿਗੁਰਾਂ ਨੇ ਅਮੋਲਕ ਖਜ਼ਾਨਾ ਸਾਡੀ ਝੋਲੀ ਪਾ ਦਿੱਤਾ। ਤੇ ਫਿਰ ਸਤਿਗੁਰਾਂ ਦੀ ਆਰਤੀ ਜਿਹੜੀ ਸ਼ਾਮ ਵੇਲੇ ਕਰਨੀ ਹੈ ਨਾ, ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਇਹ ਸ਼ਾਮ ਨੂੰ ਆਰਤੀ ਦੇ ਅੰਦਰ ਵੀ ਇਹ ਸ਼ਬਦ ਗਾਇਨ ਕੀਤੇ ਜਾਂਦੇ ਹਨ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਐਸੀ ਵਿਸ਼ਾਲ ਜਿਹੜੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੀ ਆਰਤੀ ਪੂਰੀ ਕਾਇਨਾਤ ਮਿਲ ਕੇ ਕਰ ਰਹੀ ਹੈ। ਐਸੀ ਅਸਚਰਜ ਆਰਤੀ ਤੇ ਸਾਡੇ ਤੇ ਕਿਰਪਾ ਕਰੋ। ਅਸੀਂ ਤੁਹਾਡੀ ਆਰਤੀ ਕਰ ਰਹੇ ਹਾਂ। ਫਿਰ ਮੰਗ ਵੀ ਮੰਗੀ ਜਾਂਦੀ ਹੈ ਨਾ ਆਰਤੀ ਕਰਨ ਤੋਂ ਬਾਅਦ
ਕਿ ਆਰਤੀ ਕਰਕੇ ਤੇ ਫਿਰ ਦੇਵਤੇ ਦੇਵੀਆਂ ਕੋਲੋਂ ਮੰਗਦੇ ਹਨ ਵੀ ਸਾਨੂੰ ਫਲਾਣੀ ਦਾਤ ਦੇਵੋ, ਤੇ ਸਤਿਗੁਰਾਂ ਨੇ ਬਖਸ਼ਿਸ਼ ਕਰਦੀ ਕਿ ਕੀ ਦਾਤ ਮੰਗਣੀ ਹੈ। ਆਰਤੀ ਪੜ੍ਹ ਕੇ ਸਤਿਗੁਰਾਂ ਅੱਗੇ ਕਿਰਪਾ ਜਲ ਦੇ ਨਾਨਕ ਸਾਰੇ ਕੋ ਸਾਨੂੰ ਆਪਣੀ ਕਿਰਪਾ ਰੂਪੀ ਜਲ ਦੇ ਦੇਵੋ, ਤੇ ਜਿਹਦੇ ਨਾਲ ਹੋਏ ਜਾ ਤੇ ਤੇਰੇ ਨਾਏ ਵਾਸਾ, ਤੁਹਾਡੇ ਨਾਮ ਦੇ ਅੰਦਰ ਸਾਡਾ ਵਾਸਾ ਹੋ ਜਾਵੇ, ਅਥਵਾ ਹੋਏ ਜਾ ਤੇ ਤੇਰੇ ਨਾਏ ਵਾਸਾ, ਤੁਹਾਡਾ ਨਾਮ ਸਾਡੇ ਹਿਰਦੇ ਅੰਦਰ ਤੁਹਾਡੀ ਕਿਰਪਾ ਦੇ ਨਾਲ ਹੀ ਵਸਣਾ ਹੈ, ਉਹ ਵਸ ਜਾਵੇ, ਐਸੀ ਸਾਡੇ ਤੇ ਕਿਰਪਾ ਕਰ ਦਿਓ। ਇਹ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਜੋ ਅਗਲੇਰਾ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਸ਼ਬਦ ਆ ਰਿਹਾ ਹੈ ਗੌੜੀ ਪੂਰਬੀ ਦੇ ਅੰਦਰ, ਉਹ ਕੱਲ੍ਹ ਦੇ ਦੀਵਾਨ ਦੇ ਅੰਦਰ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ। ਕਥਾ ਵਿਚਾਰ ਕਰਦੇ ਹਾਂ, ਗੁਰਬਾਣੀ ਦਾ ਉਚਾਰਨ ਕਰਦੇ ਹਾਂ, ਪੜ੍ਹਦੇ ਹਾਂ, ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਬਖਸ਼ਣਹਾਰ ਹਨ, ਬਖਸ਼ਿਸ਼ ਕਰਨ। ਬਖਸ਼ ਲੈਣ ਤੇ ਅਗਾਂਹ ਤੋਂ ਬਲ ਉਦਮ ਬਖਸ਼ਿਸ਼ ਕਰਕੇ ਤੇ ਆਪ ਹੀ ਇਹ ਸੇਵਾ ਲੈ ਲੈਣ। ਸ਼ੁਕਰਾਨਾ ਹੈ ਸਤਿਗੁਰਾਂ ਦਾ। ਹੁਣ ਸਾਰੀ ਹੀ ਸਮਾਪਤੀ ਹੈ, ਸਾਰੀ ਹੀ ਸੰਗਤ ਦਾ ਧੰਨਵਾਦ। ਅਖੀਰ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ ਰਾਖਹੁ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।